आप लिहो तुम कथा सुधाई। सतनाम श्री वाहिगुरु साहिब जी। दोहरा ग्राम बखाले के बिखा होई जब है प्रभात, तीर मल को सिवर पिख परयो छूछ गा रात। वाहिगुरु जी का खालसा वाहिगुरु जी की फतेह। गुरु की साजी नवाजी गुरु रूप साध संगत जी, ਸੰਧਿਆ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਗੁਰਬਾਣੀ ਦੇ ਲਾਹੇ ਪ੍ਰਾਪਤ ਕੀਤੇ ਹਨ। ਆਓ ਹੁਣ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਇਤਿਹਾਸ ਨਾਲ ਜੁੜ ਜਾਈਏ। ਜਦੋਂ ਬਾਬੇ ਮੱਖਣ ਸ਼ਾਹ ਨੇ ਧੀਰਮੱਲੀਆਂ ਨੂੰ ਡੰਡ ਦਿੱਤਾ ਹੈ, ਬਾਬਾ ਧੀਰਮੱਲ ਬਹੁਤ ਜ਼ਿਆਦਾ ਸ਼ਰਮਿੰਦਾ ਹੋ ਕੇ ਰਾਤ ਨੂੰ ਹੀ ਬਾਬੇ ਬਕਾਲੇ ਤੋਂ ਚਾਲੇ ਪਾ ਗਿਆ। ਸਵੇਰ ਦਿਨ ਨਹੀਂ ਚੜ੍ਹਨ ਦਿੱਤਾ, ਮੂੰਹ ਹਨੇਰੇ ਹੀ ਚਲਾ ਗਿਆ ਅਤੇ ਸਾਰਾ ਡੇਰਾ ਉਹਦਾ ਕੂਚ ਕਰ ਗਿਆ। ਮਸੰਦਾਂ ਸਮੇਤ ਆਪਣਾ ਸਮਾਨ ਗੱਡਿਆਂ 'ਤੇ ਲੱਦ ਕੇ ਚਲਾ ਗਿਆ। ਦਿਨ ਚੜ੍ਹਿਆਂ ਅਤੇ ਬਕਾਲੇ ਪਿੰਡ ਦੇ ਵਿੱਚ ਸਾਰੇ ਹੈਰਾਨ ਸਨ ਵੀ ਧੀਰਮੱਲ ਕਿੱਥੇ ਚਲਾ ਗਿਆ ਰਾਤੋਂ ਰਾਤ। ਸੋ ਉਹ ਕਥਾ ਪ੍ਰੇਮ ਨਾਲ ਆਪ ਜੀ ਸਰਵਣ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ग्राम बखाड़े के बिखा ਬਕਾਲੇ ਨਗਰ ਦੇ ਵਿੱਚ होई जब है प्रभात, ਜਦੋਂ ਸਵੇਰ ਹੋਈ ਹੈ, तीर मल को सिवर पिख ਤਾਂ ਧੀਰਮੱਲ ਦਾ ਡੇਰਾ परयो छूछ गा रात। ਖਾਲੀ ਪਿਆ ਹੈ। ਸਾਰਿਆਂ ਨੇ ਵੇਖਿਆ ਵੀ ਰਾਤੋਂ ਰਾਤ ਧੀਰਮੱਲ ਕਿਤੇ ਚਲਾ ਗਿਆ ਹੈ। चौपई सबिहन पेख्यो उठ सो गयो, ਸਾਰਿਆਂ ਨੇ ਵੇਖਿਆ ਵੀ ਧੀਰਮੱਲ ਉੱਠ ਗਿਆ ਹੈ, ਇੱਥੋਂ ਚਲਾ ਗਿਆ ਆਪਣਾ ਡੇਰਾ ਚੁੱਕ ਕੇ। नह रह सकियो खोट जन कयो, ਜਿਸ ਨੇ ਮਨ ਵਿੱਚ ਖੋਟ ਕੀਤਾ ਸੀ ਉਹ ਰਹਿ ਨਹੀਂ ਸਕਿਆ ਹੁਣ ਸੰਗਤ ਦੇ ਸਾਹਮਣੇ। निज प्राणन मैं संशय जाना, ਤੇ ਆਪਣੇ ਪੁਰਾਣਾਂ ਦੇ ਵਿੱਚ ਵੀ ਉਹਨੂੰ ਸੰਸ਼ੇ ਹੋ ਗਿਆ ਵੀ ਇੱਥੇ ਮੈਨੂੰ ਕੋਈ ਮਾਰ ਹੀ ਨਾ ਦਵੇ। जिसने क्रूर कर्म इत ठाना, ਜੋ ਇਸ ਨੇ ਕਰੂਰ ਕਰਮ ਕੀਤਾ ਸੀ, ਮਹਾਰਾਜ ਤੇ ਗੋਲੀ ਚਲਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ, ਉਸ ਕਰਮ ਦੇ ਪਛਤਾਤਾਪ ਵਜੋਂ ਹੀ ਸ਼ਰਮਿੰਦਾ ਹੁੰਦਾ ਚਲਾ ਗਿਆ ਹੈ। कैसे चरण टिक है तिस केरे, ਹੁਣ ਉਹਦੇ ਪੈਰ ਇੱਥੇ ਕਿਵੇਂ ਟਿਕ ਸਕਦੇ ਹਨ। बड़ अपराध कीन सब हेरे, ਜਿਹੜਾ ਉਸਨੇ ਬਹੁਤ ਵੱਡਾ ਅਪਰਾਧ ਕੀਤਾ ਹੈ, ਗੁਨਾਹ ਕੀਤਾ ਹੈ, ਸਭ ਨੇ ਦੇਖਿਆ ਹੈ। त्रसत करत पासन से प्राण, ਔਰ ਧੀਰਮੱਲ ਹੁਣ ਆਪਣੇ ਕਰਮਾਂ ਕਰਕੇ ਡਰ ਗਿਆ ਹੈ ਤੇ ਉਹਨੂੰ ਆਪਣੇ ਪੁਰਾਣਾਂ ਦਾ ਵੀ ਸੰਸਾ ਹੋ ਗਿਆ ਹੈ। समकायर के तीर तराना, ਉਹ ਕਾਇਰਾਂ ਦੇ ਬੁਜ਼ਦਿਲਾਂ ਦੀ ਤਰ੍ਹਾਂ ਡਰ ਗਿਆ, ਹੌਸਲਾ ਨਹੀਂ ਰੱਖਿਆ। ਧੀਰਮੱਲ ਨੇ ਧੀਰਜ ਨਹੀਂ ਰੱਖਿਆ। इस प्रकार तह मक्खण शाह, ਇਸ ਤਰ੍ਹਾਂ ਦੀਆਂ ਗੱਲਾਂ ਮੱਖਣ ਸ਼ਾਹ ਨੇ ਕੀਤੀਆਂ ਤੇ ਸੁਣੀਆਂ ਹਨ। रहे गुरु टिक प्रेम उमाह, ਔਰ ਮੱਖਣ ਸ਼ਾਹ ਹੁਣ ਗੁਰੂ ਸਾਹਿਬ ਦੇ ਕੋਲ ਹੀ ਕੁਝ ਸਮੇਂ ਲਈ ਠਹਿਰਿਆ ਹੋਇਆ ਹੈ ਬਾਬੇ ਬਕਾਲੇ ਵਿੱਚ ਬੜੇ ਪ੍ਰੇਮ ਦੇ ਨਾਲ। दर्शन दरसह परसह चरण, ਭਾਈ ਮੱਖਣ ਸ਼ਾਹ ਰੋਜ਼ ਗੁਰੂ ਸਾਹਿਬ ਨੂੰ ਮੱਥਾ ਟੇਕਣ ਜਾਂਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦਾ ਹੈ ਤੇ ਗੁਰੂ ਸਾਹਿਬ ਦੇ ਚਰਨ ਪਰਸਦਾ ਹੈ। हरियो चाह दुख जन्म और मरण, ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਰਹਿ ਕੇ ਆਪਣਾ ਜਨਮ ਮਰਨ ਕੱਟਣਾ ਚਾਹੁੰਦਾ ਹੈ। ਨਿਤ ਪ੍ਰਤ ਸ਼ਰਧਾ ਅਦਕ ਵਧਾਵਹ, ਔਰ ਦਿਨੋਂ ਦਿਨ ਉਸ ਦੇ ਮਨ ਵਿੱਚ ਸ਼ਰਧਾ ਭਾਵਨਾ ਭਗਤੀ ਵਧਦੀ ਜਾ ਰਹੀ ਹੈ। ਸ਼੍ਰੀ ਮੁਖ ਬਾਕ ਸੁਨ ਹੈ ਸੁਖ ਪਾਵਹ, ਔਰ ਸਤਿਗੁਰਾਂ ਦੇ ਬਚਨ ਸੁਣ ਕੇ ਬੜਾ ਹੀ ਖੁਸ਼ ਪ੍ਰਸੰਨ ਹੁੰਦਾ ਹੈ। ਸ਼੍ਰੀ ਗੁਰ ਭਗਤ ਗਿਆਨ ਉਪਦੇਸ਼ਹ, ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮੱਖਣ ਸ਼ਾਹ ਨੂੰ ਪ੍ਰੇਮਾ ਭਗਤੀ ਸ਼ਰਧਾ ਦਾ ਗਿਆਨ ਦਾ ਉਪਦੇਸ਼ ਦਿੰਦੇ ਹਨ। ਕਟਤ ਕਲੇਸ਼ ਅਸ਼ੇਸ਼ ਹਮੇਸ਼ਾ ਹੈ, ਔਰ ਐਸਾ ਉਪਦੇਸ਼ ਮਹਾਰਾਜ ਜੀ ਬਖਸ਼ਦੇ ਹਨ ਜਿਸ ਨੂੰ ਸੁਣ ਕੇ ਮੱਖਣ ਸ਼ਾਹ ਦੇ ਸਾਰੇ ਹੀ ਕਲੇਸ਼ ਕੱਟੇ ਜਾਂਦੇ ਹਨ। ਇੱਕ ਦਿਨ ਮੱਖਣ ਸ਼ਾਹ ਬਖਾਨਾ, ਇੱਕ ਦਿਨ ਭਾਈ ਮੱਖਣ ਸ਼ਾਹ ਨੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਸ਼੍ਰੀ ਗੁਰਦੇਵ ਆਨੰਦ ਨਿਧਾਨਾ, ਹੇ ਕਿਰਪਾ ਨਿਧਾਨ, ਹੇ ਆਨੰਦ ਕੰਦ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰ ਅਰਜਨ ਜੀ ਰਚਿਓ ਸਦਾਸਰ, ਮਹਾਰਾਜ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਰਚਨਾ ਕੀਤੀ ਹੈ।
तिनके पित उपदेश्यो जो कर। ਜੋ ਉਹਨਾਂ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਸ਼ੁਰੂ ਕੀਤਾ ਸੀ ਤੇ ਸਤਿਗੁਰੂ ਮਹਾਰਾਜ 1581 ਵਿੱਚ ਜੋਤੀ ਜੋਤ ਸਮਾ ਗਏ ਗੁਰੂ ਰਾਮਦਾਸ ਜੀ ਤੇ ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਅੰਮ੍ਰਿਤਸਰ ਦੀ ਸੇਵਾ ਦੀ ਜ਼ਿੰਮੇਵਾਰੀ ਸੌਂਪ ਗਏ ਤੇ ਗੁਰੂ ਅਰਜਨ ਦੇਵ ਜੀ ਨੇ ਉਹ ਬੜੇ ਪ੍ਰੇਮ ਬੜੀ ਸ਼ਰਧਾ ਦੇ ਨਾਲ ਅੰਮ੍ਰਿਤਸਰ ਸਰੋਵਰ ਦੀ ਰਚਨਾ ਕੀਤੀ ਹੈ। ਤਹਾ ਜਾਣ ਕੀ ਹੈ ਹਮ ਚਾਹੂ। ਇਹ ਸਤਿਗੁਰੂ ਜੀ ਮੇਰੇ ਮਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਦੀ ਇੱਛਾ ਹੈ। ਮੇਰੇ ਮਨ ਵਿੱਚ ਚਾਹਨਾ ਹੈ ਕਿ ਅਸੀਂ ਸ੍ਰੀ ਗੁਰੂ ਮਹਾਰਾਜ ਗੁਰੂ ਰਾਮਦਾਸ ਦੀ ਨਗਰੀ ਦੇ ਦਰਸ਼ਨ ਕਰੀਏ ਜੋ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਬਣਵਾਇਆ ਹੈ ਤੇ ਉਹਦੇ ਵਿੱਚ ਗੁਰੂ ਰਾਮਦਾਸ ਜੀ ਦਾ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰਚਿਆ ਹੈ। ਉਹ ਜਿਹੜੇ ਸਥਾਨ ਦੇ ਦਰਸ਼ਨ ਨਹੀਂ ਕੀਤੇ ਮੈਂ। ਮੱਖਣ ਸ਼ਾਹ ਕਹਿੰਦਾ ਮੇਰਾ ਜੀ ਕਰਦਾ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਦੇ ਦਰਬਾਰ ਦੇ ਮੈਂ ਵੀ ਦਰਸ਼ਨ ਕਰ ਲਵਾਂ। ਮੱਜਨ ਕਰੋ ਕਲਖ ਗਨ ਦਾਹੂ। ਔਰ ਸਤਿਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਦਰਸ਼ਨ ਕਰਕੇ ਸਰੋਵਰ ਦਾ ਇਸ਼ਨਾਨ ਕਰਕੇ ਮੇਰਾ ਕਲਿਆਣ ਹੋਵੇਗਾ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੈ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਭਾਵਨਾ ਸ਼ਰਧਾ ਭਗਤੀ ਵੱਧਦੀ ਹੈ ਔਰ ਬੰਦੇ ਦੇ ਅੰਦਰੋਂ ਪਾਪਾਂ ਦੀ ਮੈਲ ਉਤਰ ਜਾਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰੋ ਮੈਨੂੰ ਸ੍ਰੀ ਅੰਮ੍ਰਿਤਸਰ ਜਾਣ ਦੀ ਆਗਿਆ ਦਿਓ। ਭਲੋ ਪਰਬ ਅਬ ਪਹੁੰਚਿਓ ਆਨ। ਨਾਲੇ ਸਤਿਗੁਰੂ ਜੀ ਬੜਾ ਪਵਿੱਤਰ ਦਿਹਾੜਾ ਨੇੜੇ ਆ ਰਿਹਾ ਹੈ। ਭਇਓ ਵਿਸਾਖੀ ਕੋ ਇਸ਼ਨਾਨ। ਵਿਸਾਖੀ ਦਾ ਜੋੜ ਮੇਲਾ ਆ ਰਿਹਾ। ਲੋਕ ਤੀਰਥਾਂ ਤੇ ਜਾਂਦੇ ਨੇ ਮੰਦਰਾਂ 'ਚ ਗੁਰਦੁਆਰਿਆਂ ਵਿੱਚ ਜਾ ਕੇ ਪੂਜਾ ਪਾਠ ਕਰਦੇ ਨੇ ਤੇ ਮੈਂ ਚਾਹੁੰਦਾ ਵੀ ਵਿਸਾਖੀ ਮੈਂ ਅੰਮ੍ਰਿਤਸਰ ਦੀ ਮਨਾ ਲਵਾਂ। ਸ੍ਰੀ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਸਮੇਂ ਤੋਂ ਇੱਥੇ ਵਿਸਾਖੀ ਤੇ ਸੰਗਤਾਂ ਇਸ਼ਨਾਨ ਕਰਦੀਆਂ ਆਈਆਂ। ਪਹਿਲਾ ਵਿਸਾਖੀ ਦਾ ਮੇਲਾ ਸ੍ਰੀ ਗੋਇੰਦਵਾਲ ਸਾਹਿਬ ਭਾਈ ਪਾਰੋ ਜੀ ਦੀ ਪ੍ਰੇਰਣਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਲਵਾਇਆ ਸੀ ਤੇ ਉਸ ਤੋਂ ਬਾਅਦ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਰਹੇ ਉੱਥੇ ਵੀ ਮੇਲੇ ਲੱਗਦੇ ਹਨ। ਬੋਲੀ ਸਾਹਿਬ ਤੇ ਵਿਸਾਖੀ ਦਾ ਮੇਲਾ ਗੋਇੰਦਵਾਲ ਹੁਣੇ ਵੀ ਲੱਗਦਾ ਹੈ। ਤਰਨਤਾਰਨ ਸਾਹਿਬ ਵੀ ਅੰਮ੍ਰਿਤਸਰ ਵੀ ਸਾਰੇ ਸਰੋਵਰਾਂ ਤੇ ਸੰਗਤਾਂ ਜਾ ਕੇ ਮੱਥਾ ਟੇਕਦੀਆਂ ਇਸ਼ਨਾਨ ਕਰਦੀਆਂ ਲੰਗਰ ਦੀ ਸੇਵਾ ਕਰਦੀਆਂ ਲੰਗਰ ਛਕਦੀਆਂ ਛਕਾਉਂਦੀਆਂ ਹਨ ਕਥਾ ਕੀਰਤਨ ਸੁਣਦੀਆਂ ਹਨ। ਇਹ ਗੁਰੂ ਘਰ ਦੀ ਮਰਜ਼ਾਦਾ ਚੱਲੀ ਆਉਂਦੀ ਹੈ ਤੇ ਆਪਾਂ ਸ੍ਰੀ ਅੰਮ੍ਰਿਤਸਰ ਵਿਸਾਖੀ ਮਨਾਈਏ। ਸਤਿਗੁਰੂ ਜੀ ਮੇਰੇ ਮਨ ਦੀ ਇਹ ਇੱਛਾ ਹੈ। ਦਰਸ਼ਨ ਦਰਸੋ ਸ੍ਰੀ ਗੁਰਧਾਮ। ਗੁਰੂ ਧਾਮ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਉਹਦੇ ਦਰਸ਼ਨ ਹੋ ਜਾਣਗੇ। ਕਹੀ ਪ੍ਰਸ਼ੰਸਾ ਜਿਸ ਅਬਿਰਾਮ। ਜਿਹਦੇ ਦਰਬਾਰ ਦੀ ਬਹੁਤ ਵੱਡੀ ਮਹਿਮਾ ਹੈ। ਬਾਣੀ ਵਿੱਚ ਲਿਖਿਆ ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ ਹਰਿਆ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦੀ ਬੜੀ ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਲਿਖੀ ਗਈ ਹੈ। ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਹੈ ਰਾਮ। ਇਸ ਪ੍ਰਕਾਰ ਨਾਲ ਸ੍ਰੀ ਦਰਬਾਰ ਸਾਹਿਬ ਦੀ ਬਹੁਤ ਵੱਡੀ ਮਹਿਮਾ ਹੈ। ਰਾਵਰ ਕੀ ਮੈਂ ਆਇਸ ਪਾਏ। ਹੇ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੈਂ ਆਪ ਜੀ ਦੀ ਆਗਿਆ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਚਾਹੁੰਦਾ ਹਾਂ।
ਪੁਨ ਆਵਾ ਸੁੰਦਰ ਦਰਸਾਏ। ਫਿਰ ਸੋਹਣੇ ਦਰਬਾਰ ਦੇ ਦਰਸ਼ਨ ਕਰਕੇ ਤੁਹਾਡੇ ਕੋਲ ਬਾਬੇ ਬਕਾਲੇ ਆ ਜਾਵਾਂਗਾ। ਸ਼੍ਰੀ ਗੁਰ ਕਹਿਆ ਦੂਰ ਕੁਛ ਨਾਹੀ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਮੱਖਣ ਸ਼ਾਹ, ਸ੍ਰੀ ਅੰਮ੍ਰਿਤਸਰ ਸਾਹਿਬ ਇੱਥੋਂ ਕੋਈ ਬਹੁਤਾ ਦੂਰ ਨਹੀਂ ਹੈ। ਜਿਸ ਦਰਸ਼ਨ ਤੇ ਸਭ ਸੁਖ ਪਾਹੀ। ਜਿਸ ਦਰਬਾਰ ਦੇ ਦਰਸ਼ਨ ਕਰਕੇ ਸਾਰੇ ਹੀ ਸੁੱਖ ਮਿਲਦੇ ਹਨ, ਦੁੱਖਾਂ ਦਾ ਨਾਸ ਹੁੰਦਾ ਹੈ, ਐਸਾ ਉਹ ਗੁਰੂ ਰਾਮਦਾਸ ਦਾ ਦਰਬਾਰ ਹੈ। ਹਮ ਪੀ ਗਮਨਹਿ ਚਲ ਦਰਸਹਿ। ਠੀਕ ਹੈ ਭਾਈ ਮੱਖਣ ਸ਼ਾਹ, ਜੇ ਤੁਸੀਂ ਜਾਣਾ ਹੈ ਤੇ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਅਸੀਂ ਵੀ ਮਹਾਰਾਜ ਦੇ ਆਪਣੇ ਵੱਡਿਆਂ ਗੁਰੂਆਂ ਦੇ ਅਸਥਾਨ ਦੇ ਦਰਸ਼ਨ ਕਰਾਂਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਵੀ ਸਾਧ ਸੰਗਤ ਜੀ ਅੰਮ੍ਰਿਤਸਰ ਹੀ ਹੋਇਆ ਸੀ 1621 ਦੇ ਵਿੱਚ, ਤੇ ਆ ਹੁਣ ਆਉਣ ਵਾਲੇ 2021 ਚ 400 ਸਾਲ ਆਪਾਂ ਮਨਾ ਰਹੇ ਹਾਂ। ਸਵਾ ਮਹੀਨਾ ਹੀ ਰਹਿ ਗਿਆ। 1 ਮਈ ਨੂੰ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਆਪਾਂ ਮਨਾਉਣਾ ਹੈ ਸਾਰੀ ਦੁਨੀਆ ਵਿੱਚ। ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਸੀਂ ਵੀ ਚੱਲਾਂਗੇ। ਕਰਹਿ ਇਸ਼ਨਾਨ ਥਾਨ ਸਿਰ ਨਿਆਇ। ਅਸੀਂ ਵੀ ਉੱਥੇ ਜਾ ਕੇ ਇਸ਼ਨਾਨ ਕਰਕੇ ਗੁਰੂ ਕੇ ਦਰਬਾਰ ਨੂੰ ਮੱਥਾ ਟੇਕ ਕੇ ਆਵਾਂਗੇ। ਚਲਹਿ ਬੇਗ ਇਕੱਠੇ ਮਗ ਸੋਏ। ਆਪਾਂ ਇਕੱਠੇ ਹੀ ਚੱਲਾਂਗੇ ਤੇ ਛੇਤੀ ਜਾ ਕੇ ਆ ਜਾਵਾਂਗੇ। ਮਿਲਹਿ ਆਏ ਪੁਨ ਹਰਖਤ ਹੋਏ। ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਫਿਰ ਆ ਕੇ ਇੱਥੇ ਮਿਲਾਂਗੇ। ਸਤਿਗੁਰ ਕਰਹਿ ਪਾਵਨਾ ਪੂਰੀ। ਸਤਿਗੁਰੂ ਭਾਵਨਾ ਪੂਰੀਆਂ ਕਰਨਗੇ। ਉਜਲ ਸਮਤ ਹੋਏ ਬਿਦਰੂਰੀ। ਉੱਥੇ ਜਾ ਕੇ ਸ਼ਰਧਾ ਭਗਤੀ ਨਾਲ ਜਿਹੜਾ ਬੰਦਾ ਤੇ ਲੈ ਕੇ ਜਾਂਦਾ ਦੁਨਿਆਵੀ ਮੰਗਾਂ, ਅੰਮ੍ਰਿਤਸਰ ਜਾਂਦਾ ਵੀ ਮਹਾਰਾਜ ਮੇਰੇ ਘਰ ਕਾਕਾ ਹੋ ਜਾਵੇ, ਮੇਰੇ ਘਰ ਪੈਸਾ ਟਕਾ ਹੋ ਜਾਵੇ, ਮੇਰਾ ਮੁਕੱਦਮਾ ਜਿੱਤਿਆ ਜਾਵੇ, ਜਾਂ ਮੇਰੀ ਬਿਮਾਰੀ ਰੋਗ ਦੁੱਖ ਦਲਿੱਦਰ ਗਰੀਬੀ ਦੂਰ ਹੋ ਜਾਵੇ, ਉਹਦੀਆਂ ਤਾਂ ਮੰਗਾਂ ਪੂਰੀਆਂ ਹੋ ਜਾਂਦੀਆਂ। ਜਿਹੜਾ ਕੁਛ ਵੀ ਨਹੀਂ ਮੰਗਦਾ ਤੇ ਬੜੀ ਸ਼ਰਧਾ ਨਾਲ ਜਾ ਕੇ ਗੁਰੂ ਰਾਮਦਾਸ ਦੇ ਸਰੋਵਰ 'ਚ ਇਸ਼ਨਾਨ ਕਰਦਾ ਹੈ ਤੇ ਮਹਾਰਾਜ ਦੇ ਗੁਰੂ ਰਾਮਦਾਸ ਦੇ ਦਰਬਾਰ 'ਚ ਬਹਿ ਕੇ ਕੀਰਤਨ ਸੁਣਦਾ, ਕੁਛ ਵੀ ਨਹੀਂ ਮੰਗਦਾ, ਉਹ ਸਾਧ ਸੰਗਤ ਜੀ ਉਹਦਾ ਹਿਰਦਾ ਪਵਿੱਤਰ ਹੋ ਜਾਂਦਾ, ਨਿਰਮਲ ਹੋ ਜਾਂਦਾ। ਕਿਉਂਕਿ ਮੰਗ ਵੀ ਜਿਹੜੀ ਹੈ ਨਾ, ਇਹ ਵੀ ਸਾਡੇ ਮਨ ਨੂੰ ਮੈਲਾ ਕਰਦੀ ਹੈ। ਜੇ ਮੰਗ ਕੋਈ ਉੱਠੇ ਨਾ ਤੇ ਗੁਰੂ ਦੇ ਦਰਸ਼ਨਾਂ ਦਾ ਪਿਆਰ ਹੋਵੇ ਤੇ ਮਨ ਅੰਤःਕਰਨ ਸ਼ੁੱਧ ਹੋ ਜਾਂਦਾ ਹੈ। ਜਦੋਂ ਗੁਰੂ ਦਰਬਾਰ ਵਿੱਚ ਬਾਣੀ ਸੁਣੇਗਾ ਫਿਰ ਉਹ ਭਗਤੀ ਤੇ ਗਿਆਨ ਦਾ ਅਧਿਕਾਰੀ ਬਣ ਜਾਂਦਾ ਹੈ। ਇਸ ਪ੍ਰਕਾਰ ਸਤਿਗੁਰ ਫਰਮਾਏ। ਇਸ ਪ੍ਰਕਾਰ ਸ੍ਰੀ ਗੁਰੂ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਤਿਆਰੀ ਕਰੋ ਸੋ ਦੀਨ ਰਜਾਏ। ਇਹ ਗੁਰੂ ਕੀ ਨਗਰੀ ਬਣੇਗੀ। ਗੁਰੂ ਅਰਜਨ ਦੇਵ ਜੀ ਨੂੰ ਹੁਕਮ ਦੇ ਕੇ ਗਏ ਸਨ ਵੀ ਇਹ ਸਰੋਵਰ ਨੂੰ ਸਾਡਾ ਹੀ ਰੂਪ ਸਮਝਣਾ। ਉਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਉਹ ਕਾਰਜ ਕੀਤਾ ਹੈ ਤੇ ਸਾਧ ਸੰਗਤ ਜੀ ਤਿਆਰੀ ਕਰਨ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਜਾਣ ਦਾ ਹੁਕਮ ਦਿੰਦੇ ਹਨ। ਸੁਨ ਮੱਖਣ ਹਰਖਿਓ ਇਸ ਪਾਏ। ਮੱਖਣ ਸ਼ਾਹ ਬੜਾ ਖੁਸ਼ ਹੋਇਆ ਵੀ ਸਤਿਗੁਰੂ ਮੇਰੇ ਨਾਲ ਹੀ ਚੱਲਣਗੇ। ਕਾਰਨ ਇੱਕ ਦਾ ਕਾਰਜ ਪਾਏ। ਕਹਿੰਦੇ ਇੱਕ ਕਾਰਜ ਤੇ ਕਾਰਨ ਦੋ, ਇੱਕ ਕਾਰਨ ਤੇ ਦੋ ਕਾਰਜ ਹੋ ਗਏ। ਕਾਰਨ ਤਾਂ ਮੇਰਾ ਸੀਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਦਰਸ਼ਨ ਹੋਣਗੇ ਤੇ ਦਰਬਾਰ ਸਾਹਿਬ ਦੇ ਵੀ ਦਰਸ਼ਨ ਹੋਣਗੇ। ਆਪਣੇ ਭਾਗ ਤਨ ਮਨ ਜਾਣੇ। ਭਾਈ ਮੱਖਣ ਸ਼ਾਹ ਨੇ ਆਪਣੇ ਧਨ ਭਾਗ ਸਮਝੇ ਹਨ। ਦਇਆ ਗੁਰੂ ਕੀ ਮਾਨ ਮਹਾਨੇ। ਸਤਿਗੁਰੂ ਜੀ ਦੀ ਦਇਆ ਮੰਨ ਕੇ ਰਹਿਮ ਤਰਸੈ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦਾ ਮੇਰੇ ਉੱਤੇ। ਜਬਲਾ ਦਰਸ਼ਨ ਹੋਵਤ ਰਹਿ। ਜਿੰਨਾ ਚਿਰ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹਿਣ ਓਨਾ ਹੀ ਚੰਗਾ ਹੈ। ਤਬਲਾ ਲਾਭ ਅਧਿਕ ਮੁਝ ਹੈ। ਉਹਨਾਂ ਚਿਰ ਮੈਨੂੰ ਬੜਾ ਭਾਰੀ ਲਾਭ ਹੈ। ਭਇਓ ਸਤਿਆਰ ਕੂਚ ਕੀ ਡੇਰਾ। ਇਸ ਤਰ੍ਹਾਂ ਬਾਬੇ ਮੱਖਣ ਸ਼ਾਹ ਨੇ ਤਿਆਰੀ ਕੀਤੀ ਹੈ ਤੇ ਆਪਣਾ ਡੇਰਾ ਇੱਥੋਂ ਕੂਚ ਕਰ ਲਿਆ ਹੈ। ਗੁਰ ਕਰ ਕੋ ਆਇਓ ਹਤਿ ਬੇਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਥਾਨ ਤੇ ਆ ਕੇ ਤਿਆਰੀ ਕਰਨ ਲੱਗੇ ਹਨ। ਪਦ ਅਰਬਿੰਦ ਬੰਦਨਾ ਕੀਨਸ। ਮਹਾਰਾਜ ਦੇ ਕੋਲ ਤਿਆਰੀ ਕਰਕੇ ਆਇਆ ਹੈ ਤੇ ਚਰਨਾਂ 'ਚ ਮੱਥਾ ਟੇਕਿਆ ਮੱਖਣ ਸ਼ਾਹ ਨੇ। ਦਰਸ਼ਨ ਤਰਸ ਪ੍ਰੇਮ ਰਸ ਪੀਨਸ। ਮਹਾਰਾਜ ਦੇ ਦਰਸ਼ਨ ਬੜੇ ਪ੍ਰੇਮ ਨਾਲ ਕੀਤੇ ਹਨ। ਰਾਵਰ ਕਰੋ ਅਰੂੜਨ ਜਿਸ ਪਰ। ਇਹ ਸਤਿਗੁਰੂ ਜੀ ਆਪ ਜੀ ਜਿਹੜੀ ਸਵਾਰੀ ਤੇ ਵੀ ਸਵਾਰ ਹੋ ਕੇ ਜਾਣਾ ਚਾਹੁੰਦੇ ਹੋ ਦੱਸੋ। ਸੋ ਅਨਵਾਵਾ ਤੁਮ ਰਜਾਇ ਕਰ। ਮੈਂ ਉਹੀ ਸਵਾਰੀ ਮੰਗਾ ਦਿੰਨਾ ਹਾਂ। ਸਤਿਗੁਰੂ ਜੀ ਆਪ ਆਗਿਆ ਕਰੋ। ਚੜੋ ਉਚਾਵਹਿ ਜਾਹੇ
ਕਹਾਰ। ਮਹਾਰਾਜ ਆਪ ਜੀ ਕਿਰਪਾ ਕਰੋ, ਕਹਾਰ ਪਾਲਕੀ ਚੁੱਕ ਕੇ ਲੈ ਜਾਣਗੇ। ਜੇ ਤੁਸੀਂ ਪਾਲਕੀ 'ਚ ਬੈਠਣਾ ਚਾਹੁੰਦੇ ਹੋ, ਪਾਲਕੀ ਮੰਗਵਾ ਦਿੰਦਾ ਹਾਂ। ਨਤਰ ਤਰੰਗਮ ਬਲੀ ਉਦਾਰ। ਨਹੀਂ ਤਾਂ ਘੋੜੇ ਬੜੇ ਸੋਹਣੇ ਹਨ, ਬਲੀ ਹਨ। ਮੇਰੇ ਕੋਲ ਇੱਕ ਘੋੜੀ ਵੀ ਬੜੀ ਸੁੰਦਰ ਹੈ। ਕੈ ਬੜਵਾ ਕੀ ਲਿਹੋ ਅਸਵਾਰੀ। ਆਪ ਜੀ ਘੋੜੇ ਦੀ ਸਵਾਰੀ ਕਰਨਾ ਚਾਹੁੰਦੇ ਹੋ ਜਾਂ ਘੋੜੀ ਦੀ, ਜੋ ਵੀ ਆਪ ਕਹੋਗੇ ਮਹਾਰਾਜ ਉਹ ਜੀ ਸਵਾਰੀ ਹਾਜ਼ਰ ਕਰ ਦਿਆਂਗੇ। ਗਮਹੁ ਪੰਥ ਜਿਸ ਰੀਤ ਸਖਾਰੀ। ਜਿਸ ਤਰ੍ਹਾਂ ਆਪ ਜੀ ਸੌਖੇ ਹੀ ਇੱਥੋਂ ਜਾ ਸਕੋ। ਰਾਵਰ ਕੀ ਰਜਾਏ ਹੋਇ ਜੈਸੇ। ਆਪ ਜੀ ਦੀ ਜੋ ਆਗਿਆ ਮੈਂ ਉਹੀ ਸਵਾਰੀ ਮੰਗਵਾ ਦਿੰਦਾ ਹਾਂ। ਤੁਮ ਹਿਤ ਕਰ ਹੈ ਤਿਆਰੀ ਤੈਸੇ। ਉਦਾਂ ਦੀ ਸਵਾਰੀ ਦੀ ਮੈਂ ਤਿਆਰੀ ਕਰਵਾਵਾਂ, ਮੈਨੂੰ ਹੁਕਮ ਕਰੋ। ਆਪ ਜੀ ਪਾਲਕੀ 'ਚ ਜਾਓਗੇ ਜਾਂ ਘੋੜੀ ਤੇ ਜਾਓਗੇ? ਸੁਨ ਕਰ ਸ੍ਰੀ ਗੁਰੂ ਤੇਗ ਬਹਾਦਰ। ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਬਾਹਨ ਹੋ ਵਹ ਅਬ ਹਾਦਰ। ਕਹਿਣ ਲੱਗੇ ਜਿਹੜੀ ਸਵਾਰੀ ਹਾਜ਼ਰ ਹੈ ਉਹੀ ਲੈ ਆਓ। ਜੋ ਵੀ ਹਾਜ਼ਰ ਹੈ ਨਾ, ਪਾਲਕੀ ਹੈ ਤੇ ਪਾਲਕੀ ਵਿੱਚ ਚਲੇ ਜਾਵਾਂਗੇ, ਜੇ ਘੋੜਾ ਤੇ ਘੋੜੇ ਤੇ ਚਲੇ ਜਾਵਾਂਗੇ, ਜੇ ਘੋੜੀ ਹੈ ਤੇ ਘੋੜੀ ਤੇ ਚਲੇ ਜਾਵਾਂਗੇ। ਸਾਨੂੰ ਤਾਂ ਜਾਣ ਨਾਲ ਮਤਲਬ ਹੈ ਸ੍ਰੀ ਅੰਮ੍ਰਿਤਸਰ ਜਾ ਕੇ ਦਰਸ਼ਨ ਕਰਾਂਗੇ। ਤਿਸ ਪਰ ਚਲ ਹੈ ਵਿਚਾਰ ਨ ਕਾਈ। ਸਾਨੂੰ ਕੋਈ ਵਿਚਾਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਜਿਹੜੀ ਵੀ ਸਵਾਰੀ ਮਿਲ ਗਈ ਉਹਦੇ ਤੇ ਬਹਿ ਕੇ ਚਲੇ ਜਾਵਾਂਗੇ। ਤਬ ਮੱਖਣ ਬੜਵਾ ਮੰਗਵਾਈ। ਤਾਂ ਮੱਖਣ ਸ਼ਾਹ ਨੇ ਸਾਧ ਸੰਗਤ ਜੀ ਘੋੜੀ ਮੰਗਵਾ ਲਈ। ਸੁੰਦਰ ਜ਼ੀਨ ਜਰਾਉ ਪਾਏ। ਬੜੀ ਸੋਹਣੀ ਕਾਠੀ ਉਸ ਘੋੜੀ ਤੇ ਪਾਈ ਹੈ ਤੇ ਬਹੁਤ ਸਾਰੇ ਜੜਾਊ ਉਹਦੇ ਗਹਿਣੇ ਪਾਏ ਹੋਏ ਹਨ। ਸਰਬ ਸਾਜ ਜਿਸ ਉਚਿਤ ਸੁਹਾਏ। ਹਮੇਲਾਂ ਪਾਈਆਂ ਹੋਈਆਂ ਨੇ, ਘੁੰਗਰੂ ਪੈਰਾਂ ਨੂੰ ਪਾਏ ਹੋਏ ਨੇ। ਬਹੁਤ ਹੀ ਸੋਹਣੀ ਘੋੜੀ ਸ਼ਿੰਗਾਰ ਕੇ ਲਿਆਂਦੀ ਹੈ। ਬਰਨ ਸਵੇਤ ਤਨ ਰਜਤ ਸਮਾਨ। ਉਸ ਘੋੜੀ ਦਾ ਰੰਗ ਦੁੱਧ ਵਰਗਾ ਚਿੱਟਾ, ਚਾਂਦੀ ਵਰਗਾ ਚਿੱਟਾ ਹੈ। ਤੀਰ ਤਰੰਗਨ ਰੁਚਰ ਮਹਾਨ। ਕਹਿੰਦੇ ਬੜੀ ਧੀਰਜਵਾਨ, ਬੜੀ ਸੋਹਣੀ ਸਿੱਖੀ ਸਿਆਣੀ ਘੋੜੀ ਹੈ। ਛੇਰਤ ਤੇਜ ਉਠਾਵ ਵਡੇਰਾ। ਮੜ ਜੀ ਛੇੜੀਏ ਤੇ ਬਹੁਤ ਤੇਜ਼ ਹੁੰਦੀ ਹੈ। ਸੁਖਦਾਇਕ ਮਗ ਗਮਨਤ ਬੇਰਾ। ਔਰ ਉੱਪਰ ਬੈਠੇ ਹੋਏ ਸਵਾਰ ਨੂੰ ਕੋਈ ਡਹਿਕਾ ਨਹੀਂ ਲੱਗਣ ਦਿੰਦੀ, ਹੁਜਕਾ ਨਹੀਂ ਲੱਗਣ ਦਿੰਦੀ। ਇੰਨੀ ਸਿਆਣੀ ਹੈ ਵੀ ਪਾਣੀ ਦਾ ਛੰਨਾ ਭਰ ਕੇ ਸਵਾਰ ਹੱਥ ਤੇ ਰੱਖ ਲਵੇ, ਘੋੜੀ ਤੇ ਬਹਿ ਕੇ ਮੀਲਾਂ ਤੱਕ ਤੁਰਿਆ ਜਾਵੇ, ਪਾਣੀ ਨਹੀਂ ਡੁੱਲੇਗਾ। ਇਹੋ ਜੀ ਸਿਖਾਈ ਹੋਈ ਘੋੜੀ ਹੈ। ਮਾਰਗ ਚੱਲੈ ਥੋਰੀ ਜਾਣੈ। ਕਹਿੰਦੇ ਜਦੋਂ ਤੁਰਦੀ ਹੈ ਰਸਤੇ ਵਿੱਚ ਲੱਗਦਾ ਵੀ ਹੌਲੇ ਤੁਰ ਰਹੀ ਹੈ, ਪਰ ਪੈਂਡਾ ਬਹੁਤ ਘਟ ਜਾਂਦੀ ਹੈ। ਪਹੁੰਚੈ ਦੂਰ ਉਲੰਘ ਬੜ ਥਾਨੈ। ਤੇ ਲੱਗਦੀ ਤਾਂ ਹੈ ਵੀ ਜਿਵੇਂ ਖੜੀ ਹੋਈ ਹੈ, ਪਰ ਤੁਰਦੀ ਇਸ ਤਰ੍ਹਾਂ ਹੈ ਵੀ ਕਈ ਮੀਲ ਪੈਂਡਾ ਮਿੰਟਾਂ ਵਿੱਚ ਹੀ ਮੁਕਾ ਦਿੰਦੀ ਹੈ। ਪਿਖ ਪ੍ਰਸੰਨ ਤੇ ਸ੍ਰੀ ਗੁਰ ਭਏ। ਇਹੋ ਜੀ ਸੋਹਣੀ ਚੰਚਲ ਬਲੀ ਘੋੜੀ ਮੱਖਣ ਸ਼ਾਹ ਨੇ ਭੇਟਾ ਕੀਤੀ ਸਤਿਗੁਰੂ ਜੀ ਨੂੰ। ਉਸ ਨੂੰ ਵੇਖ ਕੇ ਮਹਾਰਾਜ ਬੜੇ ਪ੍ਰਸੰਨ ਹੋਏ ਨੇ। ਤਿਆਰੀ ਕੀਨ ਦਾਸ ਸੰਗ ਲਏ। ਨਾਲ ਸੇਵਾਦਾਰਾਂ ਦਾਸਾਂ ਨੂੰ ਲਿਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਜਾਣ ਲਈ ਤਿਆਰ ਹੋ ਗਏ ਨੇ। ਪਤੀ ਤੇਜ ਤਰੰਗਨ ਗੁਰ ਕੇਰੀ। ਜਿਹੜੀ ਗੁਰੂ ਸਾਹਿਬ ਜੀ ਦੀ ਘੋੜੀ ਬੜੀ ਤੇਜ਼ ਹੈ। ਸੋ ਵਿੱਚ ਸਦਨ ਬੰਧਾਇ ਵਹੇਰੀ। ਉਹ ਨਾਲ ਨਹੀਂ ਲਈ, ਉਹਨੂੰ ਪਿੱਛੇ ਘਰ ਬੰਨ੍ਹ ਦਿੱਤਾ ਵੀ ਇਹ ਆਰਾਮ ਕਰ ਲਵੇ, ਤੇ ਉਹਦੀ ਥਾਂ ਤੇ ਮੱਖਣ ਸ਼ਾਹ ਦੀ ਘੋੜੀ ਤੇ ਸਤਿਗੁਰੂ ਜੀ ਸਵਾਰ ਹੋਏ ਨੇ। ਪਤੀ ਧੀਰ ਜੋ ਮੱਖਣ ਦੀਨ। ਜਿਹੜੀ ਘੋੜੀ ਮੱਖਣ ਸ਼ਾਹ ਨੇ ਦਿੱਤੀ ਹੈ ਉਹ ਬੜੀ ਧੀਰਜ ਵਾਲੀ ਹੈ, ਬਹੁਤ ਸਿਆਣੀ ਘੋੜੀ ਹੈ। ਤਿਹ ਅਰੂੜ ਕਰ ਚਲੇ ਪ੍ਰਬੀਨ। ਸਤਿਗੁਰੂ ਉਸ ਨਵੀਂ ਘੋੜੀ ਤੇ ਸਵਾਰ ਹੋ ਕੇ ਬਾਬੇ ਬਕਾਲੇ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਦੇ ਰਸਤੇ ਪੈ ਗਏ ਨੇ। ਗਮਨਿਓ ਮੱਖਣ ਸ਼ਾਹ ਪਿਸ਼ਾਰੀ। ਮੱਖਣ ਸ਼ਾਹ ਵੀ ਆਪਣਾ ਲਾਓ ਲਸ਼ਕਰ ਲੈ ਕੇ ਗੁਰੂ ਸਾਹਿਬ ਦੀ ਸਵਾਰੀ ਦੇ ਪਿੱਛੇ ਪਿੱਛੇ ਤੁਰ ਪਿਆ ਹੈ। ਲਿਆ ਸੰਗ ਮਾਨੁਖ ਭਟ ਭਾਰੀ। ਨਾਲ ਬਹੁਤ ਸਾਰੇ ਬੰਦੇ 500 ਸ਼ਸਤਰਧਾਰੀ ਯੋਧੇ ਮੱਖਣ ਸ਼ਾਹ ਨੇ ਲੈ ਲਏ ਹਨ। ਮਾਰਗ ਗਏ ਉਲੰਘ ਕਰ ਸਾਰਾ। ਪਰ ਸਾਰਾ ਪੈਂਡਾ ਤੈਅ ਕਰਕੇ ਸਾਰਾ ਮਾਰਗ ਲੰਘ ਕੇ ਸ੍ਰੀ ਅੰਮ੍ਰਿਤਸਰ ਜਾ ਪਹੁੰਚੇ ਹਨ। ਜਾਏ ਸਦਾ ਸਰ ਤਬਹ ਨਿਹਾਰਾ। ਜਾ ਕੇ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਪਾਵਨ ਨਗਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਕੀਤੇ ਹਨ। ਫਤਿਹ ਮਸੰਦ ਅਗਾਰੀ ਜੇਤੇ। ਜਿਹੜੇ ਉੱਥੇ ਮਸੰਦ ਸਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੋਢੀ ਹਰਜੀ ਚਤਰਭੁਜ, ਇਹ ਬਾਬੇ ਪਿਰਥੀ ਚੰਦ ਦੇ ਪੋਤਰੇ ਸਨ। ਬਾਬੇ ਮਿਹਰਵਾਨ ਦੇ ਪੁੱਤਰ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਝੋ ਇੱਕ ਤਰ੍ਹਾਂ ਨਾਲ ਇਹ ਵੀ ਭਰਾ ਲੱਗਦੇ ਹਨ।
ਇੱਕ ਭਰਾ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਪੋਤੇ ਹਨ ਗੁਰੂ ਅਰਜਨ ਦੇਵ ਜੀ ਦੇ, ਤੇ ਬਾਬੇ ਪ੍ਰਿਥੀ ਚੰਦ ਦੇ ਪੋਤਰੇ ਸੋਢੀ ਹਰ ਜੀ ਹੋਰਾਂ। ਉਹਨਾਂ ਨੂੰ ਸ਼ਰੀਕਾ ਪੈ ਗਿਆ ਵੀ ਕਿਤੇ ਕਬਜ਼ਾ ਨਾ ਕਰ ਲੈਣ, ਇਹਨਾਂ ਕੋਲ ਪਾਵਰ ਹੈ, ਇਹ ਗੁਰੂ ਨੇ, ਅਸੀਂ ਤੇ ਹੁਣ ਇੱਥੇ ਮੰਨਤੀ ਹਾਂ ਦਰਬਾਰ ਸਾਹਿਬ ਦੇ। ਤਾਂ ਉਹਨਾਂ ਨੇ ਕੀ ਕੀਤਾ, ਉਹ ਦਰਬਾਰ ਸਾਹਿਬ ਨੂੰ ਤਾਲਾ ਲਾ ਕੇ ਭੱਜ ਗਏ ਹਨ। ਗੁਰ ਆਗਮਨ ਸ਼੍ਰਵਣ ਸੁਨ ਤੇਤੋ, ਜਦੋਂ ਸੋਢੀਆਂ ਨੂੰ ਪਤਾ ਲੱਗਾ, ਮਸੰਦਾਂ ਨੂੰ, ਮੀਣਿਆਂ ਨੂੰ, ਉਹਨਾਂ ਨੇ ਉਸੇ ਵੇਲੇ ਹੀ ਮਹਾਰਾਜ ਦਾ ਆਉਣਾ ਸੁਣ ਕੇ ਕਹੂੰ ਕਹੂੰ ਗਮਨੇ ਡਰ ਪਾਏ, ਡਰਦਿਆਂ ਮਾਰਿਆਂ ਅੰਮ੍ਰਿਤਸਰ ਛੱਡ ਦਿੱਤਾ ਤੇ ਇੱਧਰ ਉੱਧਰ ਪਿੰਡਾਂ 'ਚ ਜਾ ਕੇ ਦੂਰ ਦੂਰ ਲੁਕ ਗਏ ਨੇ। ਮਤ ਹਮ ਸਾਥ ਬਿਗੜ ਇਹ ਜਾਏ, ਇਸ ਗੱਲ ਤੋਂ ਡਰ ਗਏ ਕਿ ਮਤਾ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਨਾਲ ਵਿਗੜ ਨਾ ਜਾਵੇ, ਇੱਥੇ ਕੋਈ ਲੜਾਈ ਝਗੜਾ ਨਾ ਹੋ ਜਾਵੇ, ਕੋਈ ਖੂਨ ਖਰਾਬਾ ਨਾ ਕਰ ਦੇਣ। ਤਰਬ ਆਮਦਨ ਦੇਖ ਬਿਸਾਲਾ, ਇਹ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਕੋਲ ਵਿਸਾਖੀ ਦੇ ਮੇਲੇ ਤੋਂ ਪਹਿਲਾਂ ਆ ਰਹੇ ਨੇ, ਇਹਦਾ ਮਤਲਬ ਇਹੀ ਹੈ ਵੀ ਉਹ ਸੋਚਦੇ ਨੇ ਵੀ ਦਰਬਾਰ ਸਾਹਿਬ ਬੜਾ ਚੜਾਵਾ ਚੜ੍ਹਨਾ ਹੈ। ਹਰਿਮੰਦਰ ਸਾਹਿਬ ਵਿਸਾਖੀ ਦੇ ਮੇਲੇ ਤੇ ਸੰਗਤ ਬੜੀ ਆਉਣੀ ਹੈ, ਤੇ ਉਹ ਸਾਰੀ ਮਾਇਆ ਅਸੀਂ ਲਵਾਂਗੇ। ਅਬ ਮੇਲੇ ਕੋ ਆਇਓ ਕਾਲਾ, ਉਹ ਮੇਲੇ ਦਾ ਟਾਈਮ ਆ ਗਿਆ ਹੈ, ਸ਼ਾਇਦ ਇਸ ਕਰਕੇ ਗੁਰੂ ਜੀ ਆਏ ਹਨ। ਰਹਿਜ ਆਪ ਬਿਲੋ ਕਹਤਾਹੀ, ਜੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਰਹਿ ਗਏ ਮੇਲੇ ਤੇ ਵਿਸਾਖੀ ਤੇ, ਉਹਨਾਂ ਨੇ ਸਾਰਾ ਵਰਤਾਰਾ ਵੇਖਣਾ ਹੈ ਦਰਬਾਰ ਸਾਹਿਬ ਦਾ। ਹਮ ਤੇ ਪੁਨਲਾ ਹੈ ਵਿਦਿਆਹੀ, ਤੇ ਇਹ ਫਿਰ ਸਾਰਾ ਗੁਰੂ ਰਾਮਦਾਸ ਦਾ ਦਰਬਾਰ ਸਾਥੋਂ ਖੋਹ ਲੈਣਗੇ। ਅੰਮ੍ਰਿਤਸਰ ਤੇ ਗੁਰੂ ਤੇਗ ਬਹਾਦਰ ਦਾ ਕਬਜ਼ਾ ਹੋ ਜਾਏਗਾ ਹਰਿਮੰਦਰ ਸਾਹਿਬ ਤੇ ਸਾਨੂੰ ਫਿਰ ਕੋਈ ਪੁੱਛੇਗਾ ਨਹੀਂ, ਅਸੀਂ ਕਿੱਥੇ ਜਾਵਾਂਗੇ। ਮੱਖਣ ਸਿੱਖ ਸੰਗ ਜਿਨ ਅਹ, ਬਾਬਾ ਮੱਖਣ ਸ਼ਾਹ ਲਬਾਣਾ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੈ। ਮੱਖਣ ਸ਼ਾਹ ਲਬਾਣੇ ਦੇ ਕੋਲ 500 ਫੌਜੀ ਹਨ, ਸ਼ਸਤਰਧਾਰੀ, ਹਥਿਆਰਬੰਦ ਘੋੜੇ ਹਨ। ਉਹਦੀ ਫੌਜ ਦਾ ਮੁਕਾਬਲਾ ਸਾਥੋਂ ਹੋਣਾ ਨਹੀਂ। ਹਮ ਸੋ ਕਰਹਿ ਜਥਾ ਚਿਤ ਚਾਹ, ਹਾਂ, ਸਾਡੇ ਨਾਲ ਜੋ ਮਰਜ਼ੀ ਵਰਤਾਰਾ ਉਹ ਕਰ ਲੈਣ। ਧੀਰ ਮਲ ਕੋ ਲੁੱਟਿਓ ਡੇਰਾ, ਧੀਰ ਮਲ ਦਾ ਡੇਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੰਦਿਆਂ ਨੇ, ਮੱਖਣ ਸ਼ਾਹ ਨੇ ਲੁੱਟ ਲਿਆ ਹੈ। ਗੁਰ ਕਰ ਮਹਿਤੇ ਸਤੇ ਨ ਬਡੇਰਾ, ਧੀਰ ਮਲ ਤੋਂ ਵੱਧ ਕੇ ਇਸ ਵੇਲੇ ਗੁਰੂ ਘਰ 'ਚ ਵੱਡੀ ਪਾਵਰ ਵਾਲਾ ਕੌਣ ਹੈ? ਸਭ ਤੋਂ ਜ਼ਿਆਦਾ ਤਾਕਤ ਤਾਂ ਧੀਰ ਮਲ ਕੋਲ ਹੈ। ਤੇ ਗੁਰੂ ਤੇਗ ਬਹਾਦਰ ਦੇ ਸਿੱਖਾਂ ਨੇ ਯਾਨੀ ਬਾਬੇ ਮੱਖਣ ਸ਼ਾਹ ਨੇ ਧੀਰ ਮਲ ਨੂੰ ਵੀ ਕਾਬੂ ਕਰ ਲਿਆ, ਉਹਨੂੰ ਵੀ ਡਰਾ ਲਿਆ ਹੈ। ਅਪਰ ਕੌਣ ਸੋ ਕਰਹਿ ਭਲਾਈ, ਹੋਰ ਕਿਹਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਭਲਾਈ ਕਰਨਗੇ? ਮੱਖਣ ਸ਼ਾਹ ਕਿਹਦਾ ਲਿਹਾਜ਼ ਕਰੇਗਾ? ਜੇ ਉਹਨਾਂ ਨੇ ਧੀਰ ਮਲ ਨੂੰ ਸਿੱਧਿਆਂ ਕਰਤਾ, ਸਾਨੂੰ ਕੀ ਸਮਝਦੇ ਆ? ਇੱਦਾਂ ਸੋਢੀ ਜਿਹੜੇ ਸ੍ਰੀ ਦਰਬਾਰ ਸਾਹਿਬ 'ਚ ਬੈਠੇ ਨੇ ਆਪਣੇ ਮਨ ਵਿੱਚ ਸੋਚਾਂ ਸੋਚ ਰਹੇ ਨੇ ਹਮ ਤੇ ਧਨ ਲੈ ਪਾਏ ਗੁਰਾਈ, ਕਿ ਸਾਡੇ ਕੋਲੋਂ ਮਾਇਆ ਖੋਹ ਲੈਣੀ ਹੈ ਉਹਨਾਂ ਨੇ, ਕਿਉਂਕਿ ਗੁਰਿਆਈ ਗੱਦੀ ਤਾਂ ਉਹਨਾਂ ਨੂੰ ਮਿਲ ਹੀ ਗਈ ਹੈ। ਤੇ ਜੇ ਉਹ ਗੁਰੂ ਬਣ ਗਏ ਨੇ ਤੇ ਹਰਿਮੰਦਰ ਸਾਹਿਬ ਦਾ ਕਬਜ਼ਾ ਸਿੱਧਾ ਹੀ ਲੈ ਸਕਦੇ ਹਨ। ਮਿਲਹੁ ਨਹੀਂ ਕੋ ਜਾਏ ਅਗਾਰੀ, ਇਸ ਕਰਕੇ ਆਪਾਂ ਸਾਰੇ ਹੁਣ ਇੱਥੋਂ ਦੌੜ ਚੱਲੀਏ। ਆਪਾਂ ਗੁਰੂ ਤੇਗ ਬਹਾਦਰ ਨੂੰ ਅੱਗੋਂ ਦੀ ਜਾ ਕੇ ਨਹੀਂ ਮਿਲਣਾ, ਉਹਨਾਂ ਦਾ ਸਵਾਗਤ ਸਤਿਕਾਰ ਆਓ ਭਗਤ ਆਪਾਂ ਨਹੀਂ ਕਰਨੀ। ਛਪਿਆ ਹੈ ਨਿਜ ਨਿਜ ਥਾਨ ਮਜਾਰੀ, ਆਪਣੇ ਘਰਾਂ 'ਚ ਲੁਕ ਜਾਓ ਜਾਂ ਦੂਰ ਪਿੰਡਾਂ ਵਿੱਚ ਚਲੇ ਚੱਲੀਏ, ਇੱਥੇ ਬਸ ਸਾਨੂੰ ਕੋਈ ਟੋਕੇ ਨਾ। ਜਦੋਂ ਗੁਰੂ ਤੇਗ ਬਹਾਦਰ ਨੂੰ ਆਪਾਂ ਅੰਦਰ ਨਹੀਂ ਵੜਨ ਦਿਆਂਗੇ, ਬਾਹਰੋਂ ਮੱਥਾ ਟੇਕ ਕੇ ਚਲੇ ਜਾਣਗੇ, ਫਿਰ ਆ ਕੇ ਅਸੀਂ ਹਰਿਮੰਦਰ ਸਾਹਿਬ ਦਾ ਬੂਹਾ ਖੋਲ ਲਵਾਂਗੇ। ਇਨਕੋ ਸਦਾ ਸੁਭਾਵ ਸੇ ਸੁਤੇ, ਹਾਂ, ਉਹ ਜਿਹੜੇ ਸੋਢੀ ਨੇ ਉਹ ਕਹਿੰਦੇ ਨੇ ਇਹਨਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਪਨ ਤੋਂ ਹੀ ਏਦਾਂ ਦਾ ਸੁਭਾਅ ਹੈ। ਪ੍ਰੀਤ ਨਾ ਕਰ ਹੈ ਕਬ ਹੈ ਕਿਸੂਤੇ, ਇਹ ਕਿਸੇ ਨਾਲ ਪ੍ਰੇਮ ਨਹੀਂ ਕਰਦਾ, ਮਸਤਾਨੀ ਬਿਰਤੀ ਹੈ, ਕਿਸੇ ਨਾਲ ਇਹਦਾ ਪਿਆਰ ਨਹੀਂ। ਜਿਹਨੇ ਕਦੀ ਕਿਸੇ ਨਾਲ ਪਿਆਰ ਕੀਤਾ ਨਹੀਂ, ਸਾਡੇ ਨਾਲ ਕਿਹੜਾ ਪਿਆਰ ਕਰੇਗਾ? ਸਭਨ ਤੇ ਹੋਏ ਬਹਨ ਰਾਲਾ, ਇਹ ਤੇਗ ਬਹਾਦਰ ਜੋ ਗੁਰੂ ਬਣੇ ਹਨ, ਇਹ ਸਾਰਿਆਂ ਤੋਂ ਨਿਆਰੇ ਹੋ ਕੇ ਬਹਿੰਦੇ ਹਨ। ਮੇਲ ਨ ਕਿਸ ਮਸੰਦ ਕੇ ਨਾਲਾ, ਕਿਸੇ ਮਸੰਦ ਨਾਲ ਵੀ ਇਹਨਾਂ ਦਾ ਮੇਲ ਮਿਲਾਪ ਨਹੀਂ। ਕਦੀ ਕਿਸੇ ਮਸੰਦ ਨੂੰ ਇਹਨਾਂ ਨੇ ਸਰੋਪਾ ਨਹੀਂ ਦਿੱਤਾ, ਕਿਸੇ ਮਸੰਦ ਦੀ ਥਾਪੀ ਬੈਠਣੀ ਥਾਪੀ ਕਦੀ
ਕਿਸੇ ਕੋਲੋਂ ਮਾਇਆ ਲਈ ਨਹੀਂ, ਕਦੀ ਕਿਸੇ ਨੂੰ ਮਾਇਆ ਦਿੱਤੀ ਨਹੀਂ। ਇਹਦਾ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਕਰਤਾ ਇਨ ਕੋਹ ਪ੍ਰਾਪਤ ਭਈ। ਪਰ ਹੁਣ ਗੱਲ ਕਸੂਤੀ ਹੋ ਗਈ ਹੈ ਕਿ ਬਾਬੇ ਬਕਾਲੇ ਵਿੱਚ ਅਤੇ ਸਾਰੇ ਸਿੱਖ ਪੰਥ ਵਿੱਚ ਮਸ਼ਹੂਰ ਹੋ ਗਿਆ ਹੈ ਕਿ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਤੇਗ ਬਹਾਦਰ ਬਣਿਆ ਹੈ। ਇਹ ਸਭ ਬਾਤ ਅਬ ਹੈ ਬਿਦਤਈ। ਇਹ ਗੱਲ ਹੁਣ ਸਾਰੀ ਦੁਨੀਆ 'ਚ ਪ੍ਰਗਟ ਹੋ ਗਈ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਮੱਖਣ ਸ਼ਾਹ ਨਾਮ ਦਾ ਇੱਕ ਲਬਾਣਾ 500 ਹਥਿਆਰਬੰਦ ਘੋੜਿਆਂ ਤੇ ਫੌਜ ਲਈ ਫਿਰਦਾ ਹੈ। ਇਹ ਜਿਹੜਾ ਮੱਖਣ ਸ਼ਾਹ ਹੈ, ਇਹਦੀ ਤਾਕਤ ਤੋਂ ਸਾਨੂੰ ਸਾਰਿਆਂ ਨੂੰ ਡਰਨਾ ਚਾਹੀਦਾ ਹੈ। ਨਹਿ ਮਸੰਦ ਕੋ ਮਿਲਨੇ ਆਵਾ। ਕੋਈ ਮਸੰਦ ਮਿਲਣ ਨਹੀਂ ਆਇਆ ਇਹ ਸੋਚ ਕੇ। ਅਪਰਨ ਕਿਨਹੂ ਦੀਨ ਚੜਾਵਾ। ਔਰ ਸਾਰੇ ਮਸੰਦਾਂ ਨੇ ਸਾਧ ਸੰਗਤ ਜੀ ਦਰਬਾਰ ਸਾਹਿਬ ਨੂੰ ਤਾਲੇ ਲਾ ਲਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਵੀ ਮੱਥਾ ਨਹੀਂ ਟੇਕਿਆ, ਕੋਈ ਸਤਿਕਾਰ ਨਹੀਂ ਕੀਤਾ, ਕੋਈ ਜੀ ਆਇਆਂ ਨੂੰ ਨਹੀਂ ਕੀਤਾ। ਪ੍ਰਥਮ ਅੰਮ੍ਰਿਤਸਰ ਜੀ ਆਇਓ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਮੱਖਣ ਸ਼ਾਹ ਦੇ ਨਾਲ ਤੁਰਦੇ ਤੁਰਦੇ ਸਭ ਤੋਂ ਪਹਿਲਾਂ ਸਰੋਵਰ ਦੇ ਕੰਢੇ ਤੇ ਆ ਰੁਕੇ ਹਨ। ਦਰਬ ਸੰਭਾਲਣ ਕੋ ਲਲਚਾਇਓ। ਔਰ ਇਧਰ ਜਿਹੜੇ ਇਹ ਸਨ ਧੀਰ ਮੱਲੀਏ ਮੀਣੇ ਜਿਹੜੇ ਸਨ ਮਸੰਦੀਏ ਦਰਬਾਰ ਸਾਹਿਬ ਦੇ, ਇਹਨਾਂ ਦੇ ਮਨ ਵਿੱਚ ਇਹ ਗੱਲਾਂ ਆ ਰਹੀਆਂ ਨੇ ਵੀ ਜਿਹੜਾ ਸਿੱਧਾ ਹੀ ਅੰਮ੍ਰਿਤਸਰ ਨੂੰ ਆ ਰਿਹਾ ਨਾ ਗੁਰੂ ਬਣ ਕੇ, ਗੁਰੂ ਤੇਗ ਬਹਾਦਰ, ਇਹ ਸਾਡੇ ਹਰਿਮੰਦਰ ਸਾਹਿਬ ਤੇ ਕਬਜ਼ਾ ਕਰੇਗਾ। ਕਿਉਂਕਿ ਹਰਿਮੰਦਰ ਸਾਹਿਬ ਦਾ ਚੜਾਵਾ ਬਹੁਤ ਹੈ ਤੇ ਉਹ ਚੜਾਵਾ ਜਿਹੜਾ ਹੈ ਇਹ ਗੁਰੂ ਬਣ ਕੇ ਸਾਂਭੇਗਾ, ਇਹਦਾ ਹੱਕ ਬਣਦਾ ਹੈ। ਅਪਰ ਮਸੰਦ ਸਰਬ ਮਿਲ ਜਾਏ। ਹਾਂ, ਹੋਰ ਸਾਰੇ ਮਸੰਦ ਜਿਹੜੇ ਹਨ ਕਰਤਾ ਇਨਕੀ ਅਚਲ ਟਿਕਾਏ। ਉਹ ਇਹਨਾਂ ਨੂੰ ਮਿਲਣ ਲੱਗ ਪਏ ਹਨ। ਬਹੁਤੇ ਮਸੰਦਾਂ ਨੇ ਇਹਨਾਂ ਨੂੰ ਗੁਰੂ ਮੰਨ ਲਿਆ ਹੈ। ਅਬਲੋ ਸਭਹਿਨ ਸੰਸਾ ਆਹਾ। ਅਜੇ ਤੱਕ ਤਾਂ ਸਾਰਿਆਂ ਨੂੰ ਸੰਸਾ ਸੀ, ਸੰਸੇ ਵਿੱਚ ਗੱਲ ਸੀ ਪਈ ਹੋਈ ਵੀ ਗੁਰੂ ਕੌਣ ਹੈ। ਪਰ ਜਦੋਂ ਦਾ ਮੱਖਣ ਸ਼ਾਹ ਨੇ ਦੱਸਿਆ ਹੈ ਵੀ ਗੁਰੂ ਤੇਗ ਬਹਾਦਰ ਹੀ ਗੁਰੂ ਹੈ ਤੇ ਗੁਰੂ ਤੇਗ ਬਹਾਦਰ ਨੇ ਮੇਰੇ ਦਿਲ ਦੀ ਗੱਲ ਬੁੱਝੀ ਹੈ, ਮੇਰਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾਇਆ ਹੈ, ਤਾਂ ਲੋਕਾਂ ਦਾ ਵਿਸ਼ਵਾਸ ਗੁਰੂ ਤੇਗ ਬਹਾਦਰ ਸਾਹਿਬ ਤੇ ਟਿਕ ਗਿਆ ਹੈ। ਗੁਰੂ ਭਇਓ ਨਿਸ਼ਚੈ ਨਹਿ ਲਹਾ। ਪਰ ਇਸ ਗੱਲ ਦਾ ਨਿਸ਼ਚਾ ਹੁਣ ਹੋਇਆ, ਪਹਿਲਾਂ ਨਹੀਂ ਸੀ। ਹਰਿ ਗੋਬਿੰਦ ਗੁਰ ਕੇ ਇਹ ਨੰਦਨ। ਦੂਸਰੀ ਗੱਲ ਹੈ ਵੀ ਗੁਰੂ ਤੇਗ ਬਹਾਦਰ ਜੋ ਹਨ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹਨ। ਦਾਵਾ ਰਾਖਤ ਉਪਰ ਮਸੰਦਨ। ਤੇ ਮਸੰਦਾਂ ਉੱਤੇ ਉਹਨਾਂ ਦਾ ਹੁਕਮ ਚੱਲੇਗਾ, ਦਾਵਾ ਚੱਲੇਗਾ। ਜਿੰਨੀ ਵੀ ਗੁਰੂ ਨਾਨਕ ਦੀ ਸੰਗਤ ਮਸੰਦਾਂ ਦੇ ਉੱਤੇ ਮੁਤਹਿਦ ਹੈ, ਉਹ ਸਾਰੇ ਮਸੰਦ ਜਿਹੜੇ ਹਨ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਤਹਿਦ ਚੱਲਣਗੇ। ਇਨ ਸੋ ਮਿਲਨ ਨਾ ਅਬ ਬਨ ਆਏ। ਅੰਮ੍ਰਿਤਸਰ ਵਾਲੇ ਮਸੰਦ ਸੋਚਦੇ ਨੇ, ਮੀਣੇ ਸੋਢੀ, ਉਹ ਕਹਿੰਦੇ ਵੀ ਹੁਣ ਇਹਨਾਂ ਦੇ ਨਾਲ ਮੇਲ ਜੋਲ ਕਰਨਾ ਖਤਰੇ ਤੋਂ ਖਾਲੀ ਨਹੀਂ। ਜੇ ਆਪਾਂ ਇਹਨਾਂ ਨੂੰ ਮਿਲਾਂਗੇ ਸਾਨੂੰ ਆਪਣੇ ਅਧੀਨ ਕਰ ਲੈਣਗੇ। ਅਸੀਂ ਤਾਂ ਗੁਰੂ ਰਾਮਦਾਸ ਜੀ ਦੇ ਅੰਸ਼ ਬੰਸ ਵਿੱਚੋਂ ਬਰਾਬਰ ਦੇ ਹੱਕਦਾਰ ਹਾਂ, ਬਲਕਿ ਅਸੀਂ ਵੱਡੇ ਖਾਨਦਾਨ ਵਾਲੇ ਹਾਂ। ਬਾਬਾ ਪਿਰਥੀ ਚੰਦ ਵੱਡਾ ਪੁੱਤਰ ਸੀ ਸਤਿਗੁਰਾਂ ਦਾ, ਅਸੀਂ ਉਹਦੇ ਪੋਤਰੇ ਹਾਂ ਤੇ ਸਾਡਾ ਹਰਿਮੰਦਰ ਸਾਹਿਬ ਤੇ ਕਬਜ਼ਾ ਹੈ। ਤੇਗ ਬਹਾਦਰ ਹੋਰੀ ਤੇ ਛੋਟੇ ਪਰਿਵਾਰ ਵਿੱਚੋਂ ਹਨ, ਅਸੀਂ ਵੱਡੇ ਹਾਂ, ਇਹਨਾਂ ਦਾ ਕੀ ਹੱਕ ਬਣਦਾ। ਪਰ ਇਸ ਵੇਲੇ ਪਾਵਰ ਸ਼ਕਤੀ ਉਹਨਾਂ ਦੇ ਹੱਥ ਵਿੱਚ ਹੈ, ਕਿਤੇ ਕਬਜ਼ਾ ਨਾ ਕਰ ਲੈਣ। ਇਸ ਡਰ ਤੋਂ ਮਾਰੇ ਸਾਰੇ ਸੋਢੀਆਂ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨੂੰ ਤਾਲਾ ਮਾਰ ਦਿੱਤਾ ਹੈ। ਨਹੀਂ ਕਠੋਰ ਕਹੇ ਬਚ ਜਾਏ। ਕਹਿੰਦੇ ਹੁਣ ਉਹਦੇ ਕੋਲ ਪਾਵਰ ਹੈ, ਅਸੀਂ ਉਹਨੂੰ ਕਠੋਰ ਬਚਨ ਵੀ ਨਹੀਂ ਕਹਿ ਸਕਦੇ। ਇਮ ਵਿਚਾਰ ਕਰ ਆਪਸ ਮਾਹੇ। ਇਸ ਤਰ੍ਹਾਂ ਦੀ ਵਿਚਾਰ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਆਪਸ ਵਿੱਚ ਕੀਤੀ ਹੈ। ਦੁਰੇ ਮੰਦ ਮੰਦ ਸੰਸਾ ਪ੍ਰਾਹੇ। ਮਾੜੇ ਕਰਮ ਸਨ, ਗੁਰੂ ਦੇ ਦਰਸ਼ਨ ਨਹੀਂ ਕਰ ਸਕੇ। ਮਾਇਆ ਧਾਰੀ ਅਤ ਅੰਨਾ ਬੋਲਾ। ਜਦੋਂ ਗੁਰੂ ਦੀ ਗੋਲਕ ਦੇ ਉੱਤੇ ਸਾਧ ਸੰਗਤ ਦੀ ਨਜ਼ਰ ਟਿਕ ਜਾਂਦੀ ਹੈ ਨਾ, ਉਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਉਹ ਅੰਨਾ ਬੋਲਾ ਹੋ ਜਾਂਦਾ। ਭਾਈ ਗੁਰਦਾਸ ਜੀ ਲਿਖਦੇ, ਤਿਉ ਧਰਮ ਸਾਧ ਦੀ ਝਾਕ ਹੈ ਵੀ ਉਹ ਖੰਡੂ ਪਾਜ। ਗੁਰਦੁਆਰੇ ਦਾ ਪੈਸਾ, ਗੁਰਦੁਆਰੇ ਦੀ ਗੋਲਕ, ਗੁਰਦੁਆਰੇ ਦਾ ਚੜਾਵਾ, ਇਹਦੇ ਉੱਤੇ ਝਾਕ ਰੱਖਣੀ ਇੰਝ ਆ ਜਿਵੇਂ ਖੰਡ ਦੇ ਜ਼ਹਿਰ ਦੇ ਉੱਤੇ ਖੰਡ ਲਪੇਟੀ ਹੁੰਦੀ ਹੈ। ਉੱਤੇ ਖੰਡ ਹੈ
ਵਿੱਚ ਜ਼ਹਿਰ ਹੈ, ਜਿਹੜਾ ਖਾਏਗਾ ਮਰੇਗਾ। ਪਰ ਲਾਲਚ ਇਹੋ ਜਿਹਾ ਆ ਗਿਆ ਪੁਜਾਰੀਆਂ ਨੂੰ ਕਿ ਪੂਰੇ ਸਤਿਗੁਰੂ ਮਹਾਰਾਜ ਦੇ ਆਉਣ ਤੇ ਹਰਿਮੰਦਰ ਸਾਹਿਬ ਨੂੰ ਤਾਲੇ ਲਾ ਦਿੱਤੇ ਹਨ। ਸ੍ਰੀ ਹਰਿਮੰਦਰ ਚਾਰੋਂ ਦਵਾਰ, ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ। ਕਰੇ ਅਸੰਜਤ ਸਭਨ ਕੇ ਵਾਰ, ਚਾਰੇ ਪਾਸੇ ਚਾਰ ਦਰਵਾਜ਼ੇ ਨੇ ਹਰਿਮੰਦਰ ਸਾਹਿਬ ਦੇ। ਇਹਨਾਂ ਮਸੰਦਾਂ ਨੇ, ਮੀਣਿਆਂ ਨੇ, ਬਾਬੇ ਪਿਰਥੀ ਚੰਦ ਦੇ ਪੋਤਿਆਂ ਨੇ ਬੰਦ ਕਰ ਦਿੱਤੇ ਹਨ। ਹੋਤੋ ਦਰਸ਼ਨੀ ਪੌਰ ਵਡੇਰਾ, ਜਿਹੜਾ ਵੱਡਾ ਦਰਵਾਜ਼ਾ ਹੈ ਦਰਸ਼ਨੀ ਡਿਓਢੀ ਦਾ, ਤੇ ਕਪਾਟ ਧਾਰੋ ਪੁਨ ਭੇਰਾ, ਉਹਦਾ ਵੀ ਤਖਤਾ ਬੰਦ ਕਰਕੇ ਉਹਨੂੰ ਵੀ ਤਾਲਾ ਲਾ ਦਿੱਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਵਾਮੀ, ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਲਖ ਮਸੰਦ ਬਿਦ ਅੰਤਰ ਜਾਮੀ, ਮਸੰਦਾਂ ਦੀ ਇਹ ਕਰਤੂਤ ਜਾਣ ਕਰਕੇ ਗਏ ਤਹਾ ਜਬ ਪਿਖਿਓ ਨਾ ਕੋਈ। ਜਦੋਂ ਹਰਿਮੰਦਰ ਸਾਹਿਬ ਪਹੁੰਚੇ, ਸਾਰਾ ਪਾਸੇ ਸੁੰਨ ਸਨਾਟਾ ਪਿਆ ਹੋਇਆ। ਕੋਈ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਜਾ ਰਿਹਾ, ਕੋਈ ਹਰਿਮੰਦਰ ਸਾਹਿਬ ਤੋਂ ਬਾਹਰ ਨਹੀਂ ਆ ਰਿਹਾ। ਪੁਲ ਵੀ ਖਾਲੀ ਹੈ, ਪਰਿਕਰਮਾ ਵੀ ਖਾਲੀ ਹੈ। ਦਰਬਾਰ ਨੂੰ ਦੂਰੋਂ ਦੇਖਿਆ ਤਾਲੇ ਲੱਗੇ ਹੋਏ ਨੇ, ਦਰਬਾਰ 'ਚ ਕੀਰਤਨ ਨਹੀਂ ਹੋ ਰਿਹਾ, ਪੂਜਾ ਪਾਠ ਬੰਦ ਹੈ। ਹਰਿਮੰਦਰ ਸਾਹਿਬ ਨੂੰ ਤਾਲੇ ਵੱਜੇ ਨੇ, ਡਿਓਢੀ ਨੂੰ ਤਾਲੇ ਵੱਜੇ ਨੇ। ਇਹ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਹੈ, ਬੇਮੁਖ ਭਏ ਜਾਨ ਮਨ ਸੋਈ। ਮਹਾਰਾਜ ਜਾਣ ਗਏ ਵੀ ਬਾਬੇ ਪਿਰਥੀ ਚੰਦ ਦੇ ਪੋਤਰੇ ਸਾਡੇ ਭਰਾ ਸੋਢੀ ਬੇਮੁਖ ਹੋ ਗਏ ਨੇ। ਇਹ ਗੁਰੂ ਤੋਂ ਬੇਮੁਖ ਹੋ ਗਏ ਨੇ। ਇਹਨਾਂ ਨੂੰ ਆਪਣੇ ਸਤਿਗੁਰਾਂ ਦੇ ਦਰਬਾਰ ਦੀ ਮਾਣ ਮਰਿਆਦਾ ਵੀ ਭੁੱਲ ਗਈ ਹੈ। ਮੱਖਣ ਸਾਧ ਕਹਿਓ ਇਸ ਭਾਂਤ, ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਮੱਖਣ ਸ਼ਾਹ ਨੂੰ ਕਹਿਣ ਲੱਗੇ, ਵੇਖੋ ਮਸੰਦਨ ਕੋ ਬਿਰਤਾਂਤ। ਦੇਖੋ ਮੱਖਣ ਸ਼ਾਹ ਇਹਨਾਂ ਮਸੰਦਾਂ ਦੀ ਹਾਲਤ ਵੇਖੋ। ਇਹ ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀ ਨੇ ਹਰਿਮੰਦਰ ਸਾਹਿਬ ਦੇ, ਤੇ ਆਪਣੇ ਦਰਬਾਰ ਦੇ ਤਾਲੇ ਲਾ ਕੇ ਚਲੇ ਗਏ ਨੇ। ਇਹ ਕਿ ਸੰਗਤ ਨੂੰ ਮੱਥਾ ਵੀ ਨਹੀਂ ਟੇਕਣ ਦਿੰਦੇ। ਇਹ ਗੁਰੂ ਰਾਮਦਾਸ ਦੇ ਦਰਬਾਰ ਦੀ ਇਹਨਾਂ ਨੇ ਕਿੱਡੀ ਬੇਅਦਬੀ ਕੀਤੀ ਹੈ। ਭਿੰਨ ਭਿੰਨ ਹੋਏ ਛਪੇ ਸਥਾਨ, ਤੇ ਵੱਖਰੀਆਂ ਵੱਖਰੀਆਂ ਥਾਵਾਂ ਤੇ ਲੁਕ ਗਏ ਨੇ ਜਾ ਕੇ। ਗੁਰੂ ਘਰ ਦੇ ਕੀਰਤਨੀਏ ਵੀ, ਗੁਰੂ ਘਰ ਦੇ ਅਰਦਾਸੀਏ ਵੀ, ਗੁਰੂ ਘਰ ਦੇ ਮਸੰਦ ਵੀ ਸਾਰੇ ਹੀ ਭੱਜ ਗਏ ਨੇ। ਹੇ ਮੱਖਣ ਸ਼ਾਹ, ਦੇਖ ਇਹਨਾਂ ਦੀ ਕਰਤੂਤ। ਇਹਨਾਂ ਨੇ ਸਾਡੇ ਸਤਿਗੁਰਾਂ ਦਾ ਦਰਬਾਰ ਹੀ ਬੰਦ ਕਰ ਦਿੱਤਾ ਹੈ। ਨਹ ਆਏ ਕਰ ਬੇਸਨਮਾਨ, ਤੇ ਸਾਡਾ ਸਤਿਕਾਰ ਕਰਨ, ਸਨਮਾਨ ਕਰਨ ਨਹੀਂ ਆਏ। ਧਨ ਕੇ ਲੋਭ ਲੱਗੇ ਮਤ ਮੰਦ, ਇਹਨਾਂ ਨੂੰ ਮਾਇਆ ਦਾ ਲੋਭ ਲਾਲਚ ਪੈ ਗਿਆ। ਇਹ ਅੰਨੇ ਹੋ ਗਏ ਨੇ ਮਾਇਆ ਦੇ ਲਾਲਚ ਵਿੱਚ। ਹਮਕੋ ਸੁਨ ਨਹ ਪਏ ਆਨੰਦ, ਸਾਡਾ ਆਉਣਾ ਸੁਣ ਕੇ ਇਹਨਾਂ ਨੂੰ ਖੁਸ਼ੀ ਨਹੀਂ ਹੋਈ। ਸ੍ਰੀ ਗੁਰ ਮੰਦਰ ਕੇ ਦਰਵਾਜੇ, ਧੰਨ ਗੁਰੂ ਰਾਮਦਾਸ ਦੇ ਮੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਇਹਨਾਂ ਨੇ। ਪੇਰ ਗਏ ਨਹ ਬਾਜਤ ਬਾਜੇ, ਦੇਖੋ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਨੇ, ਦਰਸ਼ਨੀ ਡਿਓਢੀ ਦਾ ਦਰਵਾਜ਼ਾ ਬੰਦ ਹੈ। ਅੰਦਰੋਂ ਕੀਰਤਨ ਦੀ ਆਵਾਜ਼ ਨਹੀਂ ਆ ਰਹੀ। ਵਾਜੇ ਗਾਜੇ ਵੱਜਦੇ ਹੁੰਦੇ ਸਨ, ਮਿਰਦੰਗ ਵੱਜਦਾ ਸੀ, ਰਬਾਬ ਵੱਜਦੀ ਸੀ, ਇੱਥੇ ਸਰੰਦਾ ਵੱਜਦਾ ਸੀ, ਇੱਥੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੁੰਦਾ ਸੀ। ਮੱਖਣ ਸ਼ਾਹ, ਅੱਜ ਸ੍ਰੀ ਦਰਬਾਰ ਸਾਹਿਬ 'ਚ ਕੀਰਤਨ ਨਹੀਂ ਹੋ ਰਿਹਾ। ਸ਼ਬਦ ਕੀਰਤਨ ਸੁਨੀਅਤ ਨਾਹੀ, ਅੱਜ ਸੁਣਾਈ ਨਹੀਂ ਦਿੰਦਾ ਗੁਰੂ ਰਾਮਦਾਸ ਦੇ ਦਰਬਾਰ ਵਿੱਚੋਂ ਕੀਰਤਨ। ਉਹ ਇਲਾਹੀ ਬਾਣੀ ਦਾ ਜਾਪ ਜਿਸ ਨੂੰ ਗੁਰੂ ਕੇ ਸਿੱਖ ਲੱਖਾਂ ਦੀ ਤਾਦਾਦ ਵਿੱਚ ਇੱਥੇ ਆ ਕੇ ਸੁਣਦੇ ਹਨ, ਪਰ ਅੱਜ ਇਹਨਾਂ ਮਸੰਦਾਂ ਨੇ ਉਹ ਕੀਰਤਨ ਦੀ ਮਰਜ਼ਾਦਾ ਬੰਦ ਕਰ ਦਿੱਤੀ ਹੈ। ਕੀਨਸ ਕਹਾ ਮਹਾਲਬ ਮਾਹੀ, ਇਹਨਾਂ ਨੇ ਕੀ ਕੀਤਾ? ਬਹੁਤ ਵੱਡਾ ਲੋਭੀ ਲਾਲਚੀ ਬਿਰਤੀ ਵਿਖਾਈ ਆਪਣੀ। ਲਾਲਚ ਵਿੱਚ ਆ ਕੇ ਬਹੁਤ ਵੱਡਾ ਪਾਪ ਕੀਤਾ ਹੈ। ਸੁਨ ਮੱਖਣ ਬੋਲਿਓ ਗੁਰ ਸੰਗ, ਇਹ ਗੱਲ ਸੁਣ ਕੇ ਬਾਬਾ ਮੱਖਣ ਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗਾ, ਫਰਮਾਵਨ ਮੁਝ ਕਰੋ ਨਿਸੰਗ। ਇਹ ਸਤਿਗੁਰੂ ਜੀ, ਤੁਸੀਂ ਨਿਸੰਗ ਹੋ ਕੇ, ਬੇਫਿਕਰ ਹੋ ਕੇ ਮੈਨੂੰ ਮੜ ਜਾ ਇਸ਼ਾਰਾ ਦੇ ਦਿਓ। ਇਨਸਾ ਕਰੋ ਧੀਰ ਮਲ ਜੈਸੇ, ਇਹਨਾਂ ਨਾਲ ਵੀ ਉਹ ਕੰਮ ਕਰਾਂਗਾ ਜਿਹੜਾ ਧੀਰ ਮਲ ਨਾਲ ਕੀਤਾ ਸੀ। ਜਿਵੇਂ ਧੀਰ ਮਲ ਨੂੰ ਸਿੱਧਿਆਂ ਕੀਤਾ, ਇਹਨਾਂ ਨੂੰ ਵੀ ਦੇਰ ਨਹੀਂ ਲੱਗਦੀ। ਇਹਨਾਂ ਨੂੰ ਵੀ ਮੈਂ ਮਿੰਟਾਂ 'ਚ ਸਿੱਧਾ ਕਰ ਦਿਆਂਗਾ, ਕਿਉਂਕਿ ਇਹੋ ਜਿਹੇ ਜਿਹੜੇ ਲਾਤੋਂ ਕੇ ਭੂਤ ਹੁੰਦੇ ਨੇ ਉਹ ਬਾਤੋਂ ਸੇ ਨਹੀਂ ਮਾਨਤੇ। ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਮਹਾਰਾਜ ਮੈਨੂੰ ਮਾੜਾ ਜਿਹਾ ਹੁਕਮ ਤਾਂ ਦਿਓ, ਮੈਂ ਇਹਨਾਂ ਨੂੰ ਹੁਣੇ ਹੀ ਨਾਨੀ ਯਾਦ ਕਰਾ ਦੂੰ। ਇਹੋ ਜਿਹਾ ਡੰਡਾ ਫੇਰੂ,
ਇਹ ਮੁੜ ਕੇ ਕਦੀ ਦਰਬਾਰ ਸਾਹਿਬ ਨੂੰ ਤਾਲਾ ਨਹੀਂ ਮਾਰਨਗੇ। दंड उचित दुर्जन होए ऐसे, ਕਿਉਂਕਿ ਦੁਰਜਨ ਬੰਦੇ, ਖੋਟੇ ਬੰਦੇ ਡੰਡੇ ਤੋਂ ਬਿਨਾਂ ਸਿੱਧੇ ਹੁੰਦੇ ਹੀ ਨਹੀਂ। तुमरो वस्त दर्भ समुदाय, ਇਹ ਸਤਿਗੁਰੂ ਜੀ, ਇਹ ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਹਰਮੰਦਰ ਸਰੋਵਰ ਸਾਰਾ ਕੁਝ ਤੁਹਾਡਾ ਹੀ ਹੈ। ਤੁਸੀਂ ਗੁਰੂ ਹੋ, ਮਾਇਆ ਵੀ ਤੁਹਾਡੀ ਹੈ, ਵਸਤੂਆਂ ਵੀ ਤੁਹਾਡੀਆਂ ਹਨ। करह चुरावन मद उपजाए, ਇਹ ਗੁਰੂ ਘਰ ਦੇ ਚੋਰ ਗੁਰੂ ਦਾ ਖਜ਼ਾਨਾ ਖਾ ਰਹੇ ਨੇ। ਗੁਰੂ ਦੀ ਗੋਲਕ ਨੂੰ ਇਹ ਹੜੱਪੀ ਜਾਂਦੇ ਨੇ। ਸੰਗਤਾਂ ਦੀ ਪੂਜਾ ਆਪਣੇ ਘਰਾਂ 'ਚ ਵਰਤੀ ਜਾਂਦੇ ਨੇ। अब तुमको देखत दुर रहे, ਤੇ ਹੁਣ ਸਤਿਗੁਰੂ ਮਾਲਕ ਤੁਸੀਂ ਆਏ ਹੋ ਤੇ ਮਾਲਕਾਂ ਨੂੰ ਵੇਖ ਕੇ ਇਹਨਾਂ ਨੇ ਦਰਬਾਰ ਨੂੰ ਤਾਲਾ ਮਾਰ ਦਿੱਤਾ ਹੈ, ਲੁਕ ਗਏ ਹਨ। ਇਹਨਾਂ ਨੂੰ ਕੀ ਹੱਕ ਹੈ ਗੁਰੂ ਰਾਮਦਾਸ ਦੇ ਦਰਬਾਰ ਦੀ ਏਦਾਂ ਨਿਰਾਦਰੀ ਕਰਨ, ਤਾਲਾ ਲਾਣ? ਸੱਚੇ ਪਾਤਸ਼ਾਹ ਮਾਲਕ ਤੁਸੀਂ ਹੋ ਤੇ ਤੁਹਾਡੇ ਤੋਂ ਹੀ ਇਹ ਚੋਰੀ ਕਰਦੇ ਹਨ। सन्मुख आए सो बाक न कहे, ਤੇ ਸਤਿਗੁਰੂ ਜੀ, ਇਹ ਤੁਹਾਡੇ ਸਨਮੁਖ ਪੇਸ਼ ਨਹੀਂ ਹੋਏ, ਕੋਈ ਬਚਨ ਨਹੀਂ ਕੀਤਾ ਇਹਨਾਂ ਨੇ ਆ ਕੇ, नहीं उपायन आगे धरी, ਔਰ ਕੋਈ ਭੇਟਾ ਵੀ ਚਰਨਾਂ ਵਿੱਚ ਅਰਪਣ ਨਹੀਂ ਕੀਤੀ ਆ ਕੇ, दीन होए नह बिनती करी, ਔਰ ਕੋਈ ਨਿਮਰਤਾ ਨਾਲ ਬੇਨਤੀ ਅਰਦਾਸ ਵੀ ਤੁਹਾਡੇ ਚਰਨਾਂ ਵਿੱਚ ਨਹੀਂ ਕੀਤੀ। अस अनीत कस सकह सहार, ਇਹ ਸਤਿਗੁਰੂ ਜੀ, ਇਹੋ ਜੀ ਅਨੀਤੀ ਮੇਰੇ ਤੋਂ ਨਹੀਂ ਸਹਾਰੀ ਜਾਂਦੀ। जावत मत दी जहन हतार, ਮਹਾਰਾਜ, ਜਿੰਨਾ ਚਿਰ ਇਹਨਾਂ ਨੂੰ ਤਾੜਨਾ ਨਹੀਂ ਨਾ ਹੁੰਦੀ, ਇਹਨਾਂ ਨੂੰ ਮੱਤ ਨਹੀਂ ਆਉਣੀ, ਅਕਲ ਨਹੀਂ ਆਉਣੀ। छवि पुरख महतम प्रधान, ਇਹ ਮਹਾਰਾਜ, ਖਿਮਾ ਕਰਨ ਵਾਲੇ ਮਹਾਂਪੁਰਸ਼ਾਂ 'ਚੋਂ ਤੁਸੀਂ ਪ੍ਰਧਾਨ ਹੋ, ਤੁਸੀਂ ਮਾਫ ਕਰ ਦਿੰਦੇ ਹੋ। ਇਸ ਗੱਲ ਦਾ ਇਹ ਲੋਕ ਜਿਹੜੇ ਨੇ ਨਜਾਇਜ਼ ਫਾਇਦਾ ਉਠਾਉਂਦੇ ਨੇ। करो क्षमा सब दंड स्थान, ਮਹਾਰਾਜ, ਇਹ ਸਾਰੇ ਦੰਡ ਦੇ ਭਾਗੀ ਨੇ, ਸਜ਼ਾ ਦੇ ਭਾਗੀ ਨੇ, ਤੁਸੀਂ ਇਹਨਾਂ ਨੂੰ ਮਾਫ ਕਰ ਦਿੰਦੇ ਹੋ। श्री गुर कहियो समो जब आवह, ਸਤਿਗੁਰੂ ਕਹਿਣ ਲੱਗੇ, ਦੇਖੋ ਮੱਖਣ ਸ਼ਾਹ, ਹਰ ਚੀਜ਼ ਦਾ, ਹਰ ਕੰਮ ਦਾ ਕੋਈ ਨਾ ਕੋਈ ਟਾਈਮ ਹੁੰਦਾ, ਸਮਾਂ ਹੁੰਦਾ। ਜਦੋਂ ਸਮਾਂ ਆਵੇਗਾ दुष्ट मंद ताड़न को पावह, ਉਦੋਂ ਇਹਨਾਂ ਦੁਸ਼ਟਾਂ ਨੂੰ ਇਹਨਾਂ ਦੇ ਕਰਮਾਂ ਦੀ ਸਜ਼ਾ ਜ਼ਰੂਰ ਦੇਵਾਂਗੇ। सब मसंद ते लह लेखा, ਇਹਨਾਂ ਸਾਰਿਆਂ ਮਸੰਦਾਂ ਕੋਲੋਂ 10ਵੇਂ ਜਾਮੇ ਵਿੱਚ ਲੇਖਾ ਲਵਾਂਗੇ। ਜਿਹੜੀਆਂ ਕਰਤੂਤਾਂ ਇਹਨਾਂ ਨੇ ਕੀਤੀਆਂ ਹਨ, ਉਹ 10ਵੇਂ ਜਾਮੇ ਵਿੱਚ ਅਸੀਂ ਸਾਰੀਆਂ ਹੀ ਇਹਨਾਂ ਨੂੰ ਤਾੜਨਾ ਕਰਕੇ ਸਜ਼ਾ ਦੇ ਕੇ ਇਹਨਾਂ ਕੋਲੋਂ ਹਿਸਾਬ ਕਿਤਾਬ ਲਵਾਂਗੇ। पीड़ है निज दरगाह अभिषेखा, ਔਰ ਆਪਣੀ ਦਰਗਾਹ ਦੇ ਵਿੱਚ ਇਹਨਾਂ ਨੂੰ ਪੀੜਾ ਦੇਵਾਂਗੇ, ਜਿਉਂ ਤਿਲ ਕਹਾਣੀ ਪੀੜਾਏ ਦਾ। ਹਾਂਜੀ, श्री गुर अर्जन जी एक काल, ਮਹਾਰਾਜ ਕਹਿੰਦੇ, ਹੇ ਭਾਈ ਮੱਖਣ ਸ਼ਾਹ, ਜਦੋਂ ਸਰੋਵਰ ਬਣ ਰਿਹਾ ਸੀ ਉਸ ਵੇਲੇ ਦੀ ਗੱਲ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਮਸੰਦਾਂ ਨੂੰ ਸਰਾਪ ਦਿੱਤਾ ਸੀ। इनको पिख कर खोट बेसाल, ਇਹਨਾਂ ਦੀ ਖੋਟ ਵੇਖੀ ਸੀ, ਕਿਉਂਕਿ ਇਹ ਮਸੰਦ ਸਰਫਾ ਕਰਦੇ ਸੀ। ਮੂਰਲੀ ਇੱਟ ਚੂਨੇ ਦੀ ਲਾ ਦਿੰਦੇ ਸੀ ਤੇ ਪਿਛਲੀਆਂ ਇੱਟਾਂ ਗਾਰੇ ਨਾਲ ਲਾਉਂਦੇ ਸੀ ਸਰੋਵਰ ਤੇ। ਸਿੱਖਾਂ ਦਾ ਮਨ ਦੁਖੀ ਹੋਇਆ। ਸਿੱਖਾਂ ਨੇ ਆਖਿਆ, ਸਤਿਗੁਰੂ ਜੀ, ਇਹ ਸਰਫਾ ਕਰਦੇ ਨੇ, ਕੱਚੀਆਂ ਇੱਟਾਂ ਲਾਈ ਜਾਂਦੇ ਨੇ, ਇਵੇਂ ਤਾਂ ਸਰੋਵਰ ਥੋੜੇ ਦਿਨਾਂ ਬਾਅਦ ਗਾਰੇ ਦਾ ਬਣਿਆ, ਫਿਰ ਜਿਹੜੀ ਹੈ ਪਰਿਕਰਮਾ ਟੁੱਟ ਜਾਏਗੀ। ਕੱਚੀ ਕਿਉਂ, ਗਾਰਾ ਤਾਂ ਨਹੀਂ ਰਹਿੰਦਾ ਨਾ, ਚੂਨੇ ਦੀ ਚਣਾਈ ਚਾਹੀਦੀ ਹੈ। ਮਹਾਰਾਜ ਨੇ ਮਸੰਦਾਂ ਨੂੰ ਸਮਝਾਇਆ ਵੀ ਭਾਈ ਚੂਨਾ ਲਾਇਆ ਕਰੋ, ਗਾਰਾ ਨਾ ਲਾਇਆ ਕਰੋ। ਇਹਨਾਂ ਨੇ ਫੇਰ 2-4 ਦਿਨ 7 ਬਚਨ ਕਹਿ ਕੇ ਫੇਰ ਗਾਰਾ ਲਾਣਾ ਸ਼ੁਰੂ ਕਰਤਾ। ਫੇਰ ਸਮਝਾਇਆ, ਫੇਰ ਉਦਾਂ 2-4 ਦਿਨ ਬਾਅਦ ਫੇਰ ਗਾਰਾ। ਆਪਣੀ ਆਦਤ ਤੋਂ ਹਟੇ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਇਹ ਜਿਹੜਾ ਸਤਿਗੁਰੂ ਰਾਮਦਾਸ ਦਾ ਸਰੋਵਰ ਹੈ, ਇਹਦੀ ਨੀਂਹ ਤਾਂ ਪੱਕੀ ਹੋ ਜਾਏਗੀ, ਪਰ ਤੁਹਾਡੀ ਨੀਂਹ ਕੱਚੀ ਹੋ ਜਾਏਗੀ। ਇਹ ਬਚਨ ਕਰ, ਮਸੰਦਾਂ ਦੀ ਗੁਰੂ ਘਰ ਤੋਂ ਨੀਂਹ ਕੱਚੀ ਹੋ ਗਈ। 10ਵੇਂ ਜਾਮੇ 'ਚ ਪੱਟਿਆ ਗਿਆ ਸਾਰਾ ਹਿਸਾਬ ਕਿਤਾਬ। ਤੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮੱਖਣ ਸ਼ਾਹ, ਇਹ ਤਾਂ ਵੱਡੇ ਸਤਿਗੁਰਾਂ ਤੋਂ ਹੀ ਸਰਾਪੇ ਹੋਏ ਹਨ। दीनो श्राप रह है जर नाही, ਇਹਨਾਂ ਦੀ ਜੜ ਨਹੀਂ ਰਹਿਣੀ। ਇਹ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ। किसी समय मह हुआ बिन साही, ਕੋਈ ਸਮਾਂ ਆਵੇਗਾ ਇਹਨਾਂ ਦੀ ਜੜ ਪੁੱਟੀ ਜਾਏਗੀ ਮਸੰਦਾਂ ਦੀ। समय आए जब प्राप्त होए, ਜਦੋਂ ਸਮਾਂ ਆਵੇਗਾ, ਬਿਨਾਂ ਸਮੇਂ ਤੇ ਕੋਈ ਫਲ ਹੱਥ ਨਹੀਂ ਆਉਂਦਾ। इनको मूल बिनाश है सोए, ਇਹਨਾਂ ਦੀ ਜੜ ਪੁੱਟੀ ਜਾਵੇਗੀ। तरे लोभ एह मरे अगारी, ਕਹਿੰਦੇ
ਲੋਭ ਲਾਲਚ ਧਾਰਨ ਕਰਕੇ ਅੱਗੇ ਵੀ ਇਹ ਮਰੇ ਹਨ। ਗੁਰੂ ਤੋਂ ਸਰਾਪ ਲਿਆ ਪੰਜਵੇਂ ਪਾਤਸ਼ਾਹ ਤੋਂ। ਦਇਓ ਸਰਾਪ ਇਨ ਜਰੇ ਉਖਾਰੀ। ਇਹ ਲਾਲਚ ਕਰਕੇ ਹੀ ਕਰ ਗਏ ਨਾ। ਉਦੋਂ ਵੀ ਜੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਗੁਰੂ ਦਾ ਸਰੋਵਰ ਪੱਕਾ ਬਣਾ ਦਿੰਦੇ ਸ਼ਰਧਾ ਨਾਲ, ਤੇ ਇਹਨਾਂ ਦੀਆਂ ਜੜ੍ਹਾਂ ਪੱਕੀਆਂ ਰਹਿਣੀਆਂ ਸੀ। ਪਰ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਸਤਿਗੁਰਾਂ ਤੋਂ ਸਰਾਪ ਲੈ ਲਿਆ। ਮਰੇ ਹੋਏ ਇਹ ਕਿਆ ਹਮ ਮਾਰਾ। ਸਤਿਗੁਰੂ ਕਹਿੰਦੇ ਮੱਖਣ ਸ਼ਾਹ ਇਹ ਤੇ ਅੱਗੇ ਹੀ ਮਰੇ ਪਏ ਤੇ ਗੁਰੂ ਦੇ ਬਚਨਾਂ ਨਾਲ ਹੀ ਮਰੇ ਪਏ ਐ। ਇਹਨਾਂ ਮਰਿਆਂ ਨੂੰ ਅਸੀਂ ਕੀ ਮਾਰੀਏ। ਸ਼ਰਧਾਹੀਨ ਸਿਦਕ ਉਰ ਹਾਰ। ਇਹ ਸ਼ਰਧਾ ਤੋਂ ਹੀਣੇ ਨੇ। ਸਿਦਕ ਇਹਨਾਂ ਦੇ ਅੰਦਰ ਹੈ ਨਹੀਂ, ਗੁਰੂ ਤੇ ਭਰੋਸਾ ਨਹੀਂ, ਸਿਦਕ ਹਾਰ ਚੁੱਕੇ ਨੇ। ਹਮ ਨਹਿ ਬੁਰਾ ਕਿਸੂ ਕੋ ਕਰਹੀ। ਹੇ ਮੱਖਣ ਸ਼ਾਹ ਅਸੀਂ ਕਿਸੇ ਦਾ ਬੁਰਾ ਨਹੀਂ ਕਰਦੇ। ਜਸ ਕੋ ਕਰਮ ਤਸ ਫਲ ਕੋ ਭਰਹੀ। ਬੰਦਾ ਜਿਹੋ ਜੇ ਕੰਮ ਕਰਦਾ ਉਹੋ ਜਿਹਾ ਫਲ ਪਾਉਂਦਾ ਹੈ। ਤੂੰ ਅਬ ਕਰ ਇਸ਼ਨਾਨ ਸਰਮਾਹੇ। ਹੇ ਭਾਈ ਮੱਖਣ ਸ਼ਾਹ ਤੂੰ ਸਰੋਵਰ ਵਿੱਚ ਇਸ਼ਨਾਨ ਕਰ ਲੈ ਇੱਥੋਂ ਹੀ, ਜਿਸ ਤੇ ਅਖਿਲ ਪਾਪ ਬਿਨਸਾਹੇ। ਕਿਉਂਕਿ ਸਾਡੇ ਵੱਡੇ ਸਤਿਗੁਰੂ ਰਾਮਦਾਸ ਜੀ ਦਾ ਸਰੋਵਰ ਹੈ। ਸਾਡੇ ਵੱਡੇ ਸਤਿਗੁਰਾਂ ਨੇ ਇਹਦੀ ਬੜੀ ਮਹਿਮਾ ਦੱਸੀ ਹੈ। ਆਪਾਂ ਇਹਦੇ 'ਚ ਇਸ਼ਨਾਨ ਕਰਕੇ ਚੱਲੀਏ ਵਾਪਸ। ਮਨੋ ਕਾਮਨਾ ਪੂਰਨ ਕਰੈ। ਇਹ ਸਰੋਵਰ ਦੇ ਇਸ਼ਨਾਨ ਨਾਲ ਸਭ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਹਨ। ਮਨ ਕੀ ਤਨ ਕੀ ਮਲ ਕੋ ਹਰੈ। ਮਨ ਦੀ ਮੈਲ ਤਨ ਦੀ ਮੈਲ ਸਰੋਵਰ ਵਿੱਚ ਇਸ਼ਨਾਨ ਕਰਕੇ ਦੂਰ ਹੁੰਦੀ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਹਾਂਜੀ ਕਰੋ ਤੇ ਹਾਵਲ ਹੋਏ ਅਰਦਾਸ। ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰ ਲਓ ਤੇ ਆਪਾਂ ਇੱਥੇ ਹੀ ਅਰਦਾਸ ਕਰ ਲੈਨੇ ਆ। ਗੁਰੂ ਰਾਮਦਾਸ ਆਪੇ ਹੀ ਪ੍ਰਵਾਨ ਕਰਨਗੇ। ਸਤਿਗੁਰ ਪੂਰਤ ਔਰ ਕੀ ਆਸ। ਗੁਰੂ ਮਹਾਰਾਜ ਸਭ ਦੀਆਂ ਆਸਾਂ ਪੂਰੀਆਂ ਕਰਦੇ ਹਨ। ਅਸ ਕਹਿ ਮੱਖਣ ਕੋ ਤਬ ਛੋਰਾ। ਏਦਾਂ ਕਹਿ ਕੇ ਬਾਬੇ ਮੱਖਣ ਸ਼ਾਹ ਨੂੰ ਹਟੇ ਆਪ ਗੁਰ ਉਤਰ ਔਰਾ। ਉੱਥੇ ਸਰੋਵਰ ਤੇ ਇਸ਼ਨਾਨ ਕਰਨ ਲਈ ਛੱਡ ਕੇ ਤੇ ਆਪ ਸਤਿਗੁਰੂ ਜੀ ਸ੍ਰੀ ਦਰਬਾਰ ਸਾਹਿਬ ਦੀ ਉੱਤਰ ਵਾਲੀ ਬਾਈ ਨੂੰ ਮੁੜ ਗਏ। ਹਰਖ ਸ਼ੋਕ ਮਹਿ ਬ੍ਰਿਤੀ ਸਮਾਨ। ਜਿਨ੍ਹਾਂ ਦੀ ਬਿਰਤੀ ਹਰਖ ਸੋਗ ਖੁਸ਼ੀ ਗਮੀ ਚ ਇੱਕੋ ਜੀ ਹੈ। ਸਭ ਪਰ ਕਿਰਪਾ ਦ੍ਰਿਸ਼ਟ ਕੋ ਠਾਨ। ਸਭ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਹਨ ਸਤਿਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਜਿੱਥੇ ਅੱਜ ਕੱਲ ਗੁਰਦੁਆਰਾ ਥੜਾ ਸਾਹਿਬ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਲਾਗੇ, ਉੱਥੇ ਮਹਾਰਾਜ ਜਾ ਕੇ ਬੇਰੀ ਥੱਲੇ ਬੈਠ ਗਏ ਸਨ। ਤੇ ਉਹ ਦਰਖਤ ਅੱਜ ਵੀ ਮੌਜੂਦ, ਭਾਵੇਂ ਹੁਣ ਉਹ ਸੁੱਕ ਗਿਆ ਹੈ, ਉਹਦੀ ਨਿਸ਼ਾਨੀ ਰੱਖੀ ਹੋਈ ਹੈ। ਥੜਾ ਸਾਹਿਬ ਗੁਰਦੁਆਰਾ ਇਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ, ਜਿੱਥੇ ਅੱਜ ਕੱਲ੍ਹ ਸ਼ਹੀਦੀ ਯਾਦਗਾਰ ਬਣੀ ਹੈ, ਉੱਥੇ ਪਹਿਲਾਂ ਇਹ ਪਾਵਨ ਸਥਾਨ ਮੌਜੂਦ ਹੈ ਜਿਸ ਦੇ ਸੰਗਤਾਂ ਦਰਸ਼ਨ ਕਰਦੀਆਂ ਨੇ। ਸੋ ਸਾਧ ਸੰਗਤ ਜੀ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਜੋ ਮਸੰਦਾਂ ਨੂੰ ਬਚਨ ਕਿਹਾ ਸੀ, ਉਹ ਬਚਨ ਸਮਝੋ ਫਲੀਭੂਤ ਹੋਣ ਦਾ ਫਿਰ ਬਹਾਨਾ ਬਣ ਗਿਆ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਤਾ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਕੀ ਅੰਤਰ ਜਰੀਏ, ਉੱਥੋਂ ਫਿਰ ਕਥਾ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।